ਤੁਸੀਂ ਵੇਖ ਰਹੇ ਹੋ ਜੀ ਇਸ ਵੇਲੇ ਸਾਂਝਾ ਟੀਵੀ ਤੇ ਵਕਤ ਹੋ ਗਿਆ ਹੈ ਪ੍ਰੋਗਰਾਮ ਰੂਹ ਦੀਆਂ ਗੱਲਾਂ ਦਾ। ਅੱਜ ਦਾ ਪ੍ਰੋਗਰਾਮ ਰੂਹ ਦੀਆਂ ਗੱਲਾਂ ਲੈ ਕੇ ਮਨਜੀਤ ਕੌਰ ਕੰਗ ਤੁਹਾਡੇ ਵਾਸਤੇ ਇੱਕ ਵਾਰੀ ਫੇਰ ਹਾਜ਼ਰ ਹੈ। ਤੁਹਾਨੂੰ ਸਾਰਿਆਂ ਨੂੰ ਪਿਆਰ ਨਾਲ, ਮੁਹੱਬਤ ਨਾਲ, ਸਤਿਕਾਰ ਨਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਅਸਲਾਮ ਅਲੈਕੁਮ। ਦੋਸਤੋ, ਗੱਲ ਇੱਦਾਂ ਹੈ ਕਿ ਜ਼ਿੰਦਗੀ ਦੇ ਵਿੱਚ ਸਾਡੇ ਸਾਰਿਆਂ ਦੇ ਹੀ ਉਤਰਾਅ ਚੜ੍ਹਾਅ ਤਾਂ ਆਉਂਦੇ ਰਹਿੰਦੇ ਨੇ, ਪਰ ਕੁਝ ਲੋਕ ਹੁੰਦੇ ਆ ਜਦੋਂ ਦੁੱਖ ਆਉਂਦੇ ਆ ਜ਼ਿੰਦਗੀ ਦੇ ਵਿੱਚ ਤੇ ਫਿਰ ਉਹ ਬਹੁਤ ਜ਼ਿਆਦਾ ਸੰਜੀਦਗੀ ਦੇ ਨਾਲ ਸੋਚਣ ਲੱਗ ਪੈਂਦੇ ਆ, ਬਹੁਤ ਉਦਾਸ ਰਹਿਣ ਲੱਗ ਜਾਂਦੇ ਆ, ਬਹੁਤ ਗਮਗੀਨ ਮਾਹੌਲ ਉਹਨਾਂ ਦੇ ਆਲੇ ਦੁਆਲੇ ਪਸਰ ਜਾਂਦਾ ਹੈ। ਪਰ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਵੱਡੇ ਤੋਂ ਵੱਡੇ ਦੁੱਖ ਨੂੰ ਵੀ ਥੋੜ੍ਹਾ ਈਜ਼ੀਲੀ ਲੈਂਦੇ ਆ ਔਰ ਇਹਨੂੰ ਮਤਲਬ ਜੋ ਕਰਮਾਂ ਦੇ ਵਿੱਚ ਜਾਂ ਕਹਿ ਲਓ ਦੁਨਿਆਵੀ ਜ਼ਿੰਦਗੀ ਦੇ ਇਹ ਜਿਹੜੇ ਪੱਖ ਨੇ ਉਹਨਾਂ ਦੇ ਵਿੱਚੋਂ ਇੱਕ ਅਹਿਮ ਪੱਖ ਹੈ ਸੁੱਖ ਤੇ ਦੁੱਖ। ਸੋ ਇਹਨਾਂ ਦੋਵਾਂ ਨੇ ਸਾਡੀ ਜ਼ਿੰਦਗੀ 'ਚ ਆਉਣਾ ਹੁੰਦਾ। ਸੋ ਕਈ ਲੋਕ ਇਸ ਤਰ੍ਹਾਂ ਦੇ ਵਕਤ ਦੇ ਵਿੱਚੋਂ ਬੜੀ ਸਿਆਣਪ ਦੇ ਨਾਲ ਆਪਣੇ ਆਪ ਨੂੰ ਬਾਹਰ ਕੱਢ ਲੈਂਦੇ ਆ ਅਤੇ ਹੱਸਣਾ, ਰੋਣਾ, ਗਾਉਣਾ, ਨੱਚਣਾ ਇਹ ਸਾਰੇ ਐਸੇ ਰੰਗ ਨੇ ਜਿਹੜੇ ਮਨੁੱਖ ਦੀ ਜ਼ਿੰਦਗੀ 'ਚ ਹੋਣੇ ਚਾਹੀਦੇ ਆ। ਪਰ ਅੱਜ ਆਪਾਂ ਗੱਲਬਾਤ ਕਰਾਂਗੇ ਹੱਸਣ 'ਤੇ ਕਿ ਜ਼ਿੰਦਗੀ ਨੂੰ ਖੁਸ਼ੀਆਂ ਵਾਲੇ ਰੰਗਾਂ ਦੇ ਵਿੱਚ ਕਿਵੇਂ ਢਾਲਿਆ ਜਾ ਸਕਦਾ ਹੈ। ਸਿਰਫ 5-10% ਹੀ ਲੋਕ ਨੇ ਜਿਹੜੇ ਖੁੱਲ੍ਹ ਕੇ ਹੱਸਦੇ ਆ ਔਰ ਜ਼ਿੰਦਗੀ ਨੂੰ ਮਾਣਦੇ ਆ। ਜਿਵੇਂ ਜਿਵੇਂ ਮਨੁੱਖੀ ਸੱਭਿਅਤਾ ਦਾ ਵਿਕਾਸ ਹੋਇਆ ਉਹਦੇ ਨਾਲ ਨਾਲ ਮੈਂ ਕਈ ਵਾਰੀ ਸੋਚਦੀ ਹੁੰਦੀ ਹਾਂ ਕਿ ਮਨੁੱਖ ਖੁੱਲ੍ਹ ਕੇ ਹੱਸਣਾ ਜਿਹੜਾ ਆ ਉਹ ਭੁੱਲ ਗਿਆ ਅਤੇ ਉਹਦੀ ਜਾਂ ਫਿਰ ਸਮਰੱਥਾ ਘਟ ਗਈ ਹੈ। ਸੋ ਮੇਰੇ ਨਾਲ ਅੱਜ ਬਹੁਤ ਵਧੀਆ ਮਹਿਮਾਨ ਮੈਂ ਪ੍ਰੋਗਰਾਮ 'ਚ ਲੈ ਕੇ ਆਉਂਦੇ ਆ ਜਿਨ੍ਹਾਂ ਨਾਲ ਰੂਹ ਦੀਆਂ ਗੱਲਾਂ ਕਰਾਂਗੇ ਔਰ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੀ ਸਾਡੀ ਗੱਲਬਾਤ ਹੋਏਗੀ ਔਰ ਤੁਹਾਨੂੰ ਮਤਲਬ ਇੱਕ ਐਸਾ ਮਾਹੌਲ ਦੇਣ ਦੀ ਅਸੀਂ ਕੋਸ਼ਿਸ਼ ਕਰਾਂਗੇ ਜਿਹਦੇ 'ਚ ਤੁਸੀਂ ਫਿੱਟ ਆ ਸਕੋ। ਰਵਿੰਦਰ ਸ਼ਰਮਾ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਜੀ। ਅਤੇ ਅੱਜ ਦੇ ਪ੍ਰੋਗਰਾਮ 'ਚ ਮੈਨੂੰ ਐਂ ਲੱਗਦਾ ਵੀ ਆਪਾਂ ਰਲ ਮਿਲ ਕੇ ਵਧੀਆ ਮਾਹੌਲ ਸਿਰਜਾਂਗੇ ਜਿਹਦੇ ਨਾਲ ਸਾਡੇ ਸੁਣਨ ਵਾਲੇ ਨੇ ਜਿਹੜੇ ਉਹ ਸੰਤੁਸ਼ਟ ਹੋ ਸਕਣ, ਕਿਉਂਕਿ ਆਲੇ ਦੁਆਲੇ ਜਿਹੜਾ ਮਾਹੌਲ COVID-19 ਨੇ ਬਣਾਇਆ ਹੋਇਆ ਅਤੇ ਉਹਦੇ ਤੋਂ ਬਿਨਾਂ ਬਹੁਤ ਸਾਰੇ ਹਾਦਸੇ ਇੱਧਰ ਉੱਧਰ ਵਾਪਰ ਰਹੇ ਨੇ। ਉਹ ਕਈ ਵਾਰੀ ਉਹਦੇ ਸਾਡੀਆਂ ਗਲਤੀਆਂ ਨੇ, ਕਈ ਵਾਰੀ ਅਸੀਂ ਕੁਦਰਤ ਨੂੰ ਦੋਸ਼ ਦੇ ਦਿੰਦੇ ਹਾਂ, ਜੋ ਮਰਜ਼ੀ ਕਹਿ ਲਈਏ। ਹਰਵਿੰਦਰ ਜੀ, ਮੈਨੂੰ ਐਂ ਲੱਗਦਾ ਹੁੰਦਾ ਵੀ ਬੰਦਾ ਨਾ ਜਿਹੜਾ ਉਹ ਦੁੱਖਾਂ ਅਤੇ ਸੁੱਖਾਂ ਦੇ ਵਿੱਚੋਂ ਲੰਘ ਕੇ ਹੀ ਪੂਰਾ ਹੁੰਦਾ ਅਖੀਰ 'ਤੇ ਜਾ ਕੇ, ਠੀਕ ਹੈ ਨਾ, ਪੂਰਾ ਹੁੰਦਾ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਇਸ ਜ਼ਿੰਦਗੀ ਨੂੰ ਕਿਵੇਂ ਬਤੀਤ ਕਰੀਏ ਕਿ ਇਹਦੇ 'ਚ ਹਾਸੇ ਛਣਕਦੇ ਰਹਿਣ, ਛਣਕ ਸਕਣ ਜਾਂ ਅਸੀਂ ਇਹਨਾਂ ਨੂੰ ਮਾਣ ਸਕੀਏ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਨੂੰ ਮਹਿਸੂਸ ਕਰਦੀ ਹਾਂ ਕਿ ਅੱਜ ਜਿਹੜੇ ਮੇਰੇ ਮਹਿਮਾਨ ਨੇ, ਤੁਸੀਂ ਹਰਵਿੰਦਰ ਸ਼ਰਮਾ ਜੀ, ਤੁਸੀਂ ਜ਼ਿੰਦਗੀ ਨੂੰ ਬਹੁਤ ਬਹੁਤ ਵਧੀਆ ਢੰਗ ਨਾਲ ਇੰਜੋਏ ਕਰਦੇ ਹੋ ਔਰ ਜਿਸ ਇਨਸਾਨ ਦੇ 800 ਤੋਂ ਲੈ ਕੇ 1000 ਦੋਸਤ ਹੋਣ ਹੈ ਜ਼ਿਆਦਾ ਹੋਣੇ ਜੀ, ਇਹ ਤੋਂ ਜ਼ਿਆਦਾ ਹੋਣੇ। ਅੱਛਾ, ਸੋ ਮੇਰੇ ਸੁਣਨ 'ਚ ਆਇਆ, ਮੈਂ ਸੁਣਿਆ ਕਿ ਤੁਹਾਡੇ 800 ਤੋਂ ਲੈ ਕੇ 1000 ਦੇ ਵਿੱਚ ਵਿੱਚ ਦੋਸਤ ਨੇ, ਹੈ ਜੀ। ਸੋ ਉਹਨਾਂ ਸਾਰਿਆਂ ਦੋਸਤਾਂ ਦੀ ਇੱਕ ਇੱਕ ਗੱਲ ਵੀ ਤੁਸੀਂ ਸਾਨੂੰ ਸੁਣਾਓਗੇ ਜੀ ਤੇ ਸਾਨੂੰ ਪਤਾ ਨਹੀਂ ਲੱਗਣਾ ਸਮਾਂ ਕਿੱਧਰ ਗਿਆ ਤੇ ਬੜਾ ਖੂਬਸੂਰਤ ਮਾਹੌਲ ਰਹੇਗਾ। ਦੇਖੋ, ਜਦੋਂ ਅੱਜ ਤੋਂ 15-20 ਸਾਲ ਪਹਿਲਾਂ ਦੀ ਆਪਾਂ ਜੀ ਗੱਲਬਾਤ ਕਰਦੇ ਹਾਂ, ਉਦੋਂ ਜਾਂ ਤਾਂ ਇਹ ਸਮਝ ਲਓ ਵੀ ਮਾਹੌਲ ਕੁਛ ਇਸ ਤਰ੍ਹਾਂ ਦਾ ਸੀ ਵੀ ਹਰ ਇੱਕ ਗੱਲ ਨੂੰ ਅਸੀਂ ਹਾਸੇ ਦੇ ਵਿੱਚ ਲੈਂਦੇ ਸੀ ਯਾਰ ਦੋਸਤ। ਜੀ ਜੀ। ਮੈਂ ਇੱਕ ਦੋਸਤ ਤੋਂ ਸ਼ੁਰੂ ਕਰਦਾ, ਉਹਦਾ ਨਾਮ ਹੁਣ ਗੋਬਿੰਦ ਸਿੰਘ ਹੈ। ਹੁਣ ਵੀ ਉਹ ਟੀਚਰ ਹੈ ਜੀ, ਬੁਢਲਾਡੇ ਸਾਡੇ, ਮੇਰਾ ਖਾਸ ਦੋਸਤ ਹੈ। ਅੱਛਾ, ਜਵਾਨੀ ਦੇ ਦਿਨਾਂ 'ਚ ਉਹਨੇ ਕੀ ਕਰਨਾ, ਮਜ਼ਾਕ ਦੇ ਤੌਰ ਤੇ ਉਹਦੇ ਵਾਲ ਬਹੁਤ ਲੰਮੇ ਸੀ, ਸਿਰ ਦੇ ਪੱਗ ਬੰਨ੍ਹਦਾ ਸੀ ਤੇ ਸਰੀਰ ਬੜਾ ਪਤਲਾ। ਉਹਨੇ ਆਪਦੀ ਮਾਂ ਦੀ ਕੁੜਤੀ ਪਾ ਕੇ ਕੋਠੇ ਤੇ ਬਹਿ ਜਾਣਾ ਜੀ ਗਰਮੀਆਂ 'ਚ। ਉੱਥੇ ਨਿੰਮ ਲੱਗਿਆ ਸੀ, ਉਹਦੀ ਛਾਵੇਂ ਮੰਜਾ ਢਾਹ ਕੇ ਉੱਥੇ ਉਹਨੇ ਬੈਠ ਜਾਣਾ ਜੀ ਤੇ ਉੱਤੇ ਉਵੇਂ ਚੁੰਨੀ ਜੀ ਲੈ ਲੈਣੀ ਲਾਲ ਜਿਹੇ ਰੰਗ ਦੀ ਵੀ ਦੂਰੋਂ ਨਜ਼ਰ ਆਵੇ ਤੇ ਥੱਲੇ ਜਿਹੜੇ ਮੁੰਡੇ ਲੰਘਦੇ ਟੱਪਦੇ ਉਹਨਾਂ ਨੂੰ ਇਸ਼ਾਰਾ ਕਰ ਦੇਣਾ। ਅੱਛਾ, ਤੇ ਉਹਨਾਂ ਨੂੰ ਹੁੰਦਾ ਵੀ ਹੁਣ ਅਗਲੇ ਵੀ ਮੁਟਿਆਰ ਹੈ, ਕੋਈ ਵੀ ਸਾਨੂੰ ਇਸ਼ਾਰਾ ਕਰ ਰਹੀ ਹੈ, ਵੀ ਖੜ ਜਾਣਾ। ਸਾਈਕਲ ਤੇ ਜਾਂਦਾ ਕੋਈ ਉਹਨੇ ਖੜ ਗਿਆ, ਕੋਈ ਮੋਟਰਸਾਈਕਲ ਤੇ ਜਾਂਦਾ ਉਹ ਖੜ ਗਿਆ, ਉਹ ਥੱਲੇ ਇਸ਼ਾਰਾ ਕਰਨਾ ਵੀ ਕੁਲਫੀਆਂ ਵਾਲਾ ਖੜਾ ਵੀ ਇਹ ਕੁਲਫੀ ਦੇ ਲੈ ਕੇ। ਉਹ ਕਰਦਾ ਵੀ ਕਿਵੇਂ, ਉਹ ਕਹਿੰਦੇ ਵੀ ਲੈ ਕੇ ਕੁਲਫੀ ਉੱਤੇ ਸਿੱਟਦੇ, ਮੈਂ ਵੀ ਉੱਤੋਂ ਆਪੇ ਬੋਝ ਲੈਣੀ ਹੈ। ਅੱਛਾ, ਕੁਲਫੀ ਖਾਣਾ, ਉਦੋਂ ਬਾਅਦ ਲੈ ਲੂ ਕੇ ਉਹਨੇ ਖਿਸਕ ਜਾਣਾ ਜੀ ਕੁਲਫੀ। ਅੱਛਾ, ਤੇ ਬੰਦੇ ਨੇ ਗੇੜੇ ਗੂੜੇ ਜੇ ਕੱਢੀ ਜਾਣਾ ਇੱਧਰ ਉੱਧਰ ਵੀ ਹੋਣਾ ਉਹਨੇ ਕਿਹੜਾ ਹੋਣਾ ਸੀ, ਜਦੋਂ ਦੇਖਣਾ ਵੀ ਉਹ ਤਾਂ ਚਲਾ ਗਿਆ ਫਿਰ ਕਿਸੇ ਦੂਸਰੇ ਨੂੰ ਕਹਿ ਦੇ। ਜੇ ਨਾਲ ਵੀ ਸਾਡੇ ਵਰਗਿਆਂ ਨੂੰ ਬੁਲਾ ਲੈਣਾ ਵੀ ਆਓ ਸ਼ਰਮਾ ਜੀ ਆਪਾਂ ਅੱਜ ਕੁਲਫੀਆਂ ਖਾਂਦੇ ਆ,
ਤਾਂ ਉਹਨੇ ਰੌਣਕ ਲਾਈ ਰੱਖਣੀ। ਮਤਲਬ ਕਿ ਬੁਢਲਾਡੇ 'ਚ ਸਾਰੇ ਜਾਣਦੇ ਆ ਵੀ ਗੋਬਿੰਦ ਸਿੰਘ ਨੇ ਵੀ ਕੁਲਫੀਆਂ ਜਿੰਨੀਆਂ ਖਾਧੀਆਂ ਨੇ ਕਿਸੇ ਨੇ ਹੋਰ ਨਹੀਂ ਖਾਧੀਆਂ ਮੁਫਤ 'ਚ। ਹੁਣ ਵੀ ਕਹਿੰਦੇ ਮੈਨੂੰ ਮੇਰੀ ਮਾਂ ਦੀ ਕੁੜਤੀ ਨੇ ਬਹੁਤ ਸਾਥ ਦਿੱਤਾ। ਹੁਣ ਇਹ ਮਖੌਲ ਸੀਗੇ ਜੀ ਛੋਟੇ ਛੋਟੇ, ਹੈ ਨਾ ਜੀ। ਦੇਖੋ ਵੀ ਕਿੰਨੇ ਲੋਕ ਉਹਨਾਂ ਗੱਲਾਂ ਨੂੰ ਯਾਦ ਕਰਕੇ ਜਦੋਂ ਅੱਜ ਕਦੇ ਮਿਲ ਜਾਂਦਾ ਹੈ, ਅਸੀਂ ਗੱਲਬਾਤ ਯਾਦ ਕਰਦੇ ਹਾਂ ਵੀ ਹੁਣ ਉਹ ਕਹਿੰਦੇ ਯਾਰ ਹੁਣ ਵੀ ਦਾੜੀ ਆ ਗਈ, ਵੀ ਹੁਣ ਇਹ ਸੰਭਵ ਨਹੀਂ ਹੈਗਾ ਵੀ ਮੈਂ ਕਰ ਲਾਂ, ਵੀ ਨਹੀਂ ਤਾਂ ਕੋਈ ਕਮੀ ਬਾਕੀ ਨਹੀਂ ਸੀਗੀ। ਜੀ ਜੀ। ਅੱਛਾ, ਉਹ ਸਕੂਲ ਦੇ ਵਿੱਚ ਲੱਗੇ ਉੱਥੇ, ਹੁਣ ਉਹ ਗੁਜ਼ਰ ਗਏ, ਹੈਡ ਮਾਸਟਰ ਸੀਗੇ ਪਿਆਰਾ ਲਾਲ, ਉਹ ਵੀ ਮੇਰੇ ਦੋਸਤ ਸੀਗੇ। ਉਹ ਕਹਿੰਦੇ ਵੀ ਅੱਜ ਵੀ ਕਿਸੇ ਨੇ ਸਕੂਲ ਦੇ ਵਿੱਚ ਵੀ ਆਪਾਂ ਵੀ ਪੰਜਾਬੀ ਨਹੀਂ ਬੋਲਣੀ, ਵੀ ਅੰਗਰੇਜ਼ੀ 'ਚ ਗੱਲਬਾਤ ਕਰਨੀ ਹੈ। ਅੱਛਾ, ਹੁਣ ਗੋਬਿੰਦ ਸਿੰਘ ਉਹ ਵਿਚਾਰਾ ਅੰਗਰੇਜ਼ੀ ਦੇ ਪੱਖੋਂ ਥੋੜਾ ਜਿਹਾ ਠੀਕ ਹੀ ਸੀਗਾ ਨਾ। ਉਹ ਜਿਹੜਾ ਸੀਗਾ ਆਪਣਾ ਹੈਡ ਮਾਸਟਰ, ਉਹਨੇ ਗੇੜਾ ਗੂੜਾ ਦਿੱਤਾ, ਸਾਰੇ ਸਕੂਲ 'ਚ ਪੁੱਛ ਕੇ ਆਇਆ, ਹੈਲੋ ਹਾਊ ਆਰ ਯੂ, ਵਾਟਸ ਆਰ ਯੂ ਡੂਇੰਗ, ਸਾਰਿਆਂ ਨੇ ਮਾੜੇ ਮੋਟੇ ਜਵਾਬ ਦੇ ਦਿੱਤੇ। ਤੇ ਗੋਬਿੰਦ ਸਿੰਘ ਇਹ ਬੈਠਾ ਸੀ ਵੀ ਜੀ ਮੇਰੇ ਕੋਲੇ ਆਉਂਦਾ ਹੈ ਵੀ ਇਹ ਉਲਝਣ ਜੀ 'ਚ ਪੈ ਗਿਆ ਵੀ ਮੈਂ ਇਹਨੂੰ ਕੀ ਕਹੂੰਗਾ, ਵੀ ਕਿਹੜਾ ਪ੍ਰਸ਼ਨ ਪੁੱਛੂ, ਉਹਦਾ ਮੈਂ ਕਿਵੇਂ ਉੱਤਰ ਦੇਣਾ ਅੰਗਰੇਜ਼ੀ ਦੇ ਵਿੱਚ, ਇਸ ਤਰ੍ਹਾਂ ਦੀ ਗੱਲਬਾਤ। ਅੱਛਾ, ਵੀ ਇਹ ਸੋਚਣ ਲੱਗ ਗਿਆ ਵੀ ਚੱਕਰਾਂ ਜਿਹਾਂ 'ਚ ਪੈ ਗਿਆ। ਜੀ ਜੀ। ਤੇ ਉਹਨੂੰ ਆ ਕੇ ਕਹਿੰਦਾ ਵੀ ਉਹ ਹੈਡ ਮਾਸਟਰ ਕਹਿੰਦਾ ਵਾਟ ਆਰ ਯੂ ਡੂਇੰਗ, ਕਹਿੰਦਾ ਜੀ ਆਈ ਐਮ ਇਨ ਸਰਕਲ। ਵੀ ਚੱਕਰਾਂ 'ਚ ਸੀਗੇ ਜੀ, ਵਿਆਹ ਹੋਇਆ ਉਹਨੇ ਚੱਕਰ ਦੀ ਅੰਗਰੇਜ਼ੀ ਸਰਕਲ ਲਾਤੀ ਹੈ ਨਾ। ਤੇ ਉਹ ਅੱਜ ਤੱਕ ਉਹਨੂੰ ਯਾਦ ਕਰਕੇ ਹੱਸਦੇ ਆ ਵੀ ਤੂੰ ਸਰਕਲ 'ਚੋਂ ਭਾਈ ਨਿਕਲਿਆ ਬਾਹਰ ਕਿ ਨਹੀਂ। ਵੀ ਥੋੜੀ ਥੋੜੀ ਪਹਿਲਾਂ ਐ ਵੀ ਹਲਕੇ ਹਲਕੇ ਗੱਲਾਂ ਚੱਲਦੀਆਂ ਸੀ, ਲੋਕ ਵੀ ਇਹਨਾਂ ਨਾਲ ਖੁਸ਼ੀ ਮਿਲਦੀ ਸੀ, ਛੋਟੀਆਂ ਛੋਟੀਆਂ ਗੱਲਾਂ 'ਚੋਂ ਹੀ ਲੱਭ ਲੈਂਦੇ ਸੀ। ਕੋਈ ਗੁੱਸਾ ਵੀ ਨਹੀਂ ਸੀ ਕਰਦਾ ਜੀ ਇਹਨਾਂ ਗੱਲਾਂ ਬਾਤਾਂ ਦਾ, ਹਨਾ। ਔਰ ਸਾਧਨ ਘੱਟ ਸੀਗੇ ਜੀ, ਸਾਧਨ ਘੱਟ ਸੀ, ਭਾਈਚਾਰਕ ਸਾਂਝ ਜ਼ਿਆਦੇ ਸੀਗੀ ਜੀ। ਹੁਣ ਆਪਣੇ ਕੋਲੇ ਕਾਲਰ ਨੇ ਹਰਵਿੰਦਰ। ਹੈਲੋ ਜੀ, ਸਾਂਝਾ ਟੀਵੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਸੋ ਮਚ। ਹਰਮਿੰਦਰ ਸ਼ਰਮਾ ਜੀ ਦਾ, ਉਹਨਾਂ ਦਾ ਰੇਡੀਓ ਤੇ ਉਹਨਾਂ ਦੇ ਪ੍ਰੋਗਰਾਮ ਸੁਣਦਾ ਹੁੰਦਾ। ਅੱਛਾ, ਬਹੁਤ ਵਧੀਆ ਉਹ ਪੇਸ਼ ਕਰਦੇ ਆ ਜੀ। ਸ਼ੁਕਰੀਆ ਜੀ। ਬਹੁਤ ਵਧੀਆ ਕਹਾਣੀਆਂ ਉਹ ਕਰਦੇ ਆ ਤੇ ਬਹੁਤ ਵਧੀਆ ਪ੍ਰੋਗਰਾਮ ਇਹਨਾਂ ਦਾ। ਤੇ ਲਾਈਕ ਉਹਨਾਂ ਦੀ ਪੰਜਾਬੀ ਤੋਂ ਮੈਂ ਬਹੁਤ ਇੰਪ੍ਰੈਸਿਵ ਹੈ। ਸ਼ਰਮਾ ਮੈਨੂੰ ਇਹ ਨਹੀਂ ਪਤਾ, ਮੈਂ ਜਾਣਦਾ ਨਹੀਂ ਇਹਨਾਂ ਦੀ, ਜਿਹੜੇ ਕਿ ਪੰਜਾਬ ਦੇ ਕਿਸੇ ਖਾਸ ਪਿੰਡ ਦੇ ਵਿੱਚ ਜਨਮ ਹੋਇਆ ਹੋਣਾ, ਜਦੋਂ ਸਾਰੀ ਨੂੰ ਬਹੁਤ ਜ਼ਿਆਦਾ ਗੂੜ ਪੰਜਾਬੀ ਇਹਨਾਂ ਨੂੰ ਪਤਾ ਹੈਗਾ। ਜਿਹੜਾ ਗੱਡੇ ਦੀ ਪਿੰਜਣੀ ਦਾ, ਮੈਂ ਇੱਕ ਵਾਰੀ ਹੁਣ ਗੱਡੇ ਦੀ ਪਿੰਜਣੀ ਤਾਂ ਆਮ ਲੋਕਾਂ ਨੂੰ ਨਹੀਂ ਪਤਾ, ਏਦਾਂ ਅਸੀਂ ਤਾਂ ਚਲੋ ਅਸੀਂ ਇੰਡੀਆ 'ਚ ਬੋਰਨ ਹੋਇਆ, ਮੈਂ ਇੱਥੇ ਕਾਫੀ ਚਿਰ ਇੱਥੇ ਰਹਿ ਰਿਹਾ ਇੱਦਾਂ ਰਹੀ ਜੀ ਜੀ। ਪਰ ਆਮ ਜਿਹੜੇ ਹੁਣ ਅੱਜ ਕੱਲ੍ਹ ਦੇ ਜਿਹੜੇ ਇੰਡੀਆ ਦੇ ਵਿੱਚ ਪਿੰਡਾਂ ਦੇ ਵਿੱਚ ਰਹਿ ਰਹੇ ਨਿਆਣੇ, ਉਹਨਾਂ ਨੂੰ ਨਹੀਂ ਪਤਾ ਪਿੰਜਣੀ ਕੀ ਹੁੰਦੀ ਹੈ ਤੇ ਕੀ ਹੁੰਦਾ। ਤੇ ਬਹੁਤ ਵਧੀਆ ਕਰਦੇ ਆ। ਤੇ ਇੱਕ ਮੇਰਾ ਸੁਜੈਸ਼ਨ ਇਹਨਾਂ ਲਈ, ਇੱਕ ਇਹ ਇੰਸ਼ੋਰੈਂਸ ਨੂੰ ਇੰਸ਼ੋਰੈਂਸ ਕਹਿੰਦੇ, ਇੰਸ਼ੋਰੈਂਸ ਕਿਆ ਕਰੋ। ਠੀਕ ਹੈ ਜੀ, ਠੀਕ ਹੈ ਜੀ। ਅੱਜ ਤੋਂ ਬਾਅਦ ਏਦਾਂ ਹੀ ਕਹਿਣਗੇ। ਜ਼ਰੂਰ ਜੀ। ਤੇ ਬਾਕੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਮੈਂ ਸੁਣਦਾ ਮੋਸਟਲੀ ਇੱਦਾਂ। ਤੇ ਤੁਹਾਡੀ ਪੰਜਾਬੀ ਬਹੁਤ ਪਰਫੈਕਟ ਆ। ਮੈਂ ਇੱਦਾਂ ਨਹੀਂ ਕਹਿੰਦਾ ਇੱਦਾਂ ਵੀ ਕੋਈ ਮੇਰਾ ਮਾਈਂਡ ਨਾ ਕਰੇ। ਮੈਂ ਨਹੀਂ ਜੀ, ਨਹੀਂ, ਸੁਝਾਵਾਂ ਦਾ ਸਵਾਗਤ ਹੁੰਦਾ ਜੀ ਹਮੇਸ਼ਾ ਹੀ। ਹਾਂਜੀ, ਥੈਂਕ ਯੂ ਸੋ ਮਚ ਵੀਰ ਜੀ। ਓਕੇ, ਥੈਂਕ ਯੂ। ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ ਬਹੁਤ ਬਹੁਤ। ਪ੍ਰੋਗਰਾਮ ਦੇ ਵਿੱਚ ਦੇਖੋ ਜੇ ਮਾਈਂਡ ਕਰਨ ਲੱਗੇ ਇੰਨੀਆਂ ਗੱਲਾਂ ਦਾ ਹੈ ਜੀ। ਨਹੀਂ, ਸਾਡਾ ਜਿਹੜਾ ਹੈਗਾ ਨਾ ਜੀ, ਮੈਨੂੰ ਹੋਰ ਵੀ ਇੱਕ ਦੋ ਨੇ ਕੁਝ ਹੁੰਦੀਆਂ ਸਾਡੀ ਲੈਂਗੁਏਜ ਦੇ ਵਿੱਚ। ਜਿਵੇਂ ਹੁਣ ਮੇਰੇ ਦੋਸਤ ਦੀ ਲੜਕੀ ਹੈ, ਉਹਦਾ ਨਾਂ ਹੈਗਾ ਭਾਵਨਾ, ਹੈ ਨਾ। ਹੁਣ ਭਾਵਨਾ ਉਹੀ ਆਈ ਚੱਕਰ ਪੈਂਦਾ। ਹੁਣ ਜਦੋਂ ਆਉਂਦੀ ਆ ਉਹ ਸਾਡੇ ਘਰ, ਮੈਂ ਕਹਿੰਦਾ ਭਾਵਨਾ ਕੀ ਹਾਲ ਹੈ, ਉਹ ਕਹਿੰਦੀ ਮੇਰੇ ਨਾਲ ਅੰਕਲ ਜੀ ਭਾਵਨਾ। ਮੈਂ ਕਿਹਾ ਭਾਵਨਾ ਤਾਂ ਮੈਨੂੰ ਕਹਿਣਾ ਬਹੁਤ ਔਖਾ ਹੈ। ਪੰਜਾਬੀ ਤਾਂ ਭਾਵਨਾ ਹੀ ਕਿਹਾ ਜਾਂਦਾ, ਪੰਜਾਬੀ 'ਚ ਵੀ ਹੈਗਾ। ਹੁਣ ਸਾਡੇ ਕੋਲੇ ਤਾਂ ਵੀ ਭੱਬਾ, ਅਸੀਂ ਤਾਂ ਭਾਵਨਾ ਹੀ ਕਹਾਂਗੇ, ਹਨਾ। ਉਹ ਕਹੂ ਜੀ ਨਹੀਂ ਮੇਰਾ ਨਾਮ ਤਾਂ ਭਾਵਨਾ। ਹੁਣ ਉਹ ਕਈ ਦੇਖੋ ਪ੍ਰੋਨਾਂਸੀਏਸ਼ਨ ਇਸ ਤਰ੍ਹਾਂ ਦੀ ਹੈ ਵੀ ਉਚਾਰਨ ਵੀ ਹਿੰਦੀ ਸ਼ਬਦਾਂ ਦਾ, ਖਾਸ ਤੌਰ ਤੇ ਅਸੀਂ ਮਲਵਈ ਲੋਕ ਉਹ ਕਹਿ ਨਹੀਂ ਸਕਦੇ, ਵੀ ਬਹੁਤ ਔਖਾ ਹੈ ਸਾਨੂੰ ਜ਼ੁਬਾਨ ਉਸ ਤਰ੍ਹਾਂ ਦੀ ਪਲਟਣਾ, ਹਨਾ। ਹੁਣ ਉਹਨੇ ਜ਼ੋਰ ਲਾ ਲਿਆ ਕਹਿ ਕੇ ਵੀ ਮੈਥੋਂ ਉਹਦਾ ਨਾਂ ਅਸਲੀ ਭਾਵਨਾ ਅਜੇ ਵੀ ਕਹਿਣਾ ਔਖਾ ਹੈ। ਅੱਜ ਤੁਸੀਂ ਜਾ ਕੇ ਨਾ ਪ੍ਰੈਕਟਿਸ ਕਰਿਓ, ਥੋੜੀ ਬਹੁਤੀ ਕਹਿ ਹੋ ਜਾਊਗਾ, ਐਡੀ ਗੱਲ ਨਹੀਂ। ਇਹ ਜਾਣ ਕੇ ਨਹੀਂ ਕਹਿੰਦੇ ਤੁਸੀਂ? ਨਹੀਂ, ਇਹ ਹੈਗਾ ਜੀ। ਹੁਣ ਮੇਰੇ ਪਤਨੀ ਹੈ ਜਿਹੜੇ, ਉਹ ਅੰਬਾਲਾ ਤੋਂ ਨੇ, ਹਰਿਆਣਾ ਤੋਂ। ਉਹਨਾਂ ਨੂੰ ਹਿੰਦੀ ਆਉਂਦੀ ਹੈ। ਅੱਛਾ, ਉਹ ਮੇਰੇ ਬੱਚਿਆਂ ਨੂੰ ਹੁਣ ਜਦੋਂ ਕਵਿਤਾ ਸੁਣਾਉਣ ਲੱਗ ਜਾਂਦੇ ਵੀ ਮਛਲੀ ਜਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ, ਬਾਹਰ ਨਿਕਾਲੋ ਮਰ ਜਾਏਗੀ,
ਉਹ ਹੁਣ ਮੇਰੇ ਬੱਚਿਆਂ ਨੇ ਬਾਹਰ ਨਿਕਾਲੋ, ਉਹਨਾਂ ਤੋਂ ਜ਼ੁਬਾਨ ਤੇ ਆਈ ਨਹੀਂ, ਉਹ ਬਾਹਰ ਕੱਢੋ ਕਹਿੰਦੇ ਰਹੇ। ਹਾਂ, ਉਹ ਕਹਿੰਦੀ ਵੀ ਬਾਹਰ ਨਿਕਾਲੋ ਹੁੰਦਾ, ਉਹ ਕਹਿੰਦੇ ਬਾਹਰ ਕੱਢੋ। ਹੁਣ ਨਿਕਾਲੋ ਤੇ ਕੱਢੋ ਅੱਜ ਤੱਕ ਉਹ ਗੈਪ ਦੂਰ ਨਹੀਂ ਹੋਇਆ। ਜੀ ਜੀ ਬਿਲਕੁਲ। ਉਹ ਹਮੇਸ਼ਾ ਹੀ ਕੱਢੋ ਕਹਿਣਗੇ। ਤੇ ਮੈਂ ਕਹਿੰਦਾ ਵੀ ਹੁਣ ਯਾਰ ਵੀ ਤੁਹਾਡੀ ਮਾਤਾ ਵੀ ਤੁਹਾਡੀ ਹਿੰਦੀ ਬੋਲਦੇ ਰਹੇ, ਹਾਲਾਂਕਿ ਮੈਂ ਉਹਨੂੰ ਪੰਜਾਬੀ ਸਿਖਾਈ, ਪੰਜਾਬੀ ਦਾ ਪੇਪਰ ਦਵਾਇਆ, ਪਾਸ ਕਰਾਏ ਪੰਜਾਬੀ ਦੇ ਵਿੱਚੋਂ, ਹੁਣ ਉਹ ਪੰਜਾਬੀ ਬੋਲਦੇ ਆ, ਪਰ ਬੱਚੇ ਹਿੰਦੀ ਨਹੀਂ ਬੋਲ ਸਕੇ ਉਹਦੇ ਕਹਿਣ ਤੇ, ਹਨਾ ਜੀ। ਉਹਨੇ ਲੱਖ ਯਤਨ ਕਰ ਲਿਆ ਵੀ ਕੁਝ ਤੁਹਾਨੂੰ ਆ ਜੇ ਬੋਲਣੀ, ਪਰ ਉਹ ਨਹੀਂ ਆਈ, ਕਿਉਂਕਿ ਉਹ ਸਾਡਾ ਮਾਹੌਲ ਹੈ ਜਿਹੜਾ ਉੱਥੋਂ ਦਾ, ਉਹ ਉਸ ਪ੍ਰਕਾਰ ਦਾ ਸਿਰਜਿਆ ਹੋਇਆ ਹੈ। ਕੁਝ ਉਚਾਰਨ ਦੇ ਸ਼ਬਦ ਇਸ ਤਰ੍ਹਾਂ ਜਿਹੜੇ ਅਸੀਂ ਮਲਵਈ ਲੋਕ ਸ਼ੁੱਧ ਉਚਾਰ ਹੀ ਨਹੀਂ ਸਕਦੇ, ਜਾਂ ਇਹ ਕਹਿ ਲਓ ਵੀ ਉਹ ਸ਼ੁੱਧ ਨੇ ਜਾਂ ਅਸੀਂ। ਜੀ ਜੀ ਹਾਂ। ਹੁਣ ਪਰਸੋਂ ਚੌਥੇ ਮੈਂ ਕੋਈ ਅੰਗਰੇਜ਼ੀ ਸੀਰੀਅਲ ਦੇਖਦਾ ਸੀਗਾ ਜੀ, ਉਹਦੇ ਵਿੱਚ ਸ਼ਬਦ ਲਿਖਿਆ ਹੋਇਆ ਸੀ ਇੰਗਲਿਸ਼ ਦੇ ਵਿੱਚ ਤਾਂ ਹੁਣ ਆਤਮਾਨ, ATMAN ਲਿਖਿਆ ਹੋਏਗਾ, ਆਪਾਂ ਬੋਲਦੇ ਆਤਮਾ, ਹੁਣ ਉਹਦੇ ਵਿੱਚੋਂ ਪੜ੍ਹ ਕੇ ਬੋਲ ਰਿਹਾ ਸੀ ਆਤਮਾਨ। ਮੈਂ ਕਿਹਾ ਵੀ ਇਹਨੂੰ ਹੁਣ ਵੀ ਉਚਾਰਨ ਦਾ ਵੀ ਆਪਾਂ ਆਤਮਾ ਕਹਿੰਦੇ ਆ ਵੀ ਇਹਨੂੰ ਔਖਾ ਲੱਗ ਰਿਹਾ ਆਤਮਾਨ ਕਹਿਣਾ ਬਾਰ-ਬਾਰ, ਹਨਾ। ਹੁਣ ਉਹਨੂੰ ਜੇ ਆਪਾਂ ਆਤਮਾ ਕਹਾਂਗੇ ਉਹਨੂੰ ਥੋੜਾ ਜਿਹਾ ਔਖਾ ਲੱਗਦਾ। ਹਾਂਜੀ ਬਿਲਕੁਲ ਬਿਲਕੁਲ। ਅੱਛਾ, ਆਪਾਂ ਖੁਸ਼ ਰਹਿਣ ਦੀ ਗੱਲਬਾਤ ਕਰ ਰਹੇ ਸੀ। ਹਾਂਜੀ ਹਾਂਜੀ। ਤੇ ਹੱਸਣਾ ਜਿਹੜਾ ਇਨਸਾਨ ਲਈ ਬਹੁਤ ਜ਼ਰੂਰੀ ਹੈ। ਬਿਲਕੁਲ ਜੀ। ਉਹਦੇ ਨਾਲ ਬੰਦਾ ਤੰਦਰੁਸਤ ਵੀ ਰਹਿੰਦਾ, ਠੀਕ ਹੈ ਨਾ। ਮਨ ਦਿਮਾਗ ਤੁਹਾਡਾ ਉਹਦੇ ਤੇ ਬੋਝ ਹੈ ਜੇ ਮਾੜਾ ਮੋਟਾ ਕਿਸੇ ਵੀ ਤਰ੍ਹਾਂ ਦਾ, ਤੇ ਉਹ ਮਤਲਬ ਤਿੱਤਰ ਹੋ ਜਾਂਦਾ, ਠੀਕ ਹੈ ਨਾ। ਸਹੀ ਹੈ ਜੇ ਤੁਸੀਂ ਹੱਸਦੇ ਹੋ। ਬਿਲਕੁਲ ਬਿਲਕੁਲ। ਤੇ ਉਹਦੇ ਵਾਸਤੇ ਚੰਗੇ ਸਾਥ ਦੀ ਬੜੀ ਲੋੜ ਹੁੰਦੀ ਹੈ। ਆਲੇ ਦੁਆਲੇ ਤੁਹਾਡਾ ਫਰੈਂਡ ਸਰਕਲ ਉਦਾਂ ਦਾ ਹੋਵੇ, ਬਹਿਣੀ ਉੱਠਣੀ ਤੁਹਾਡੇ ਕੰਮਕਾਰ ਤੇ ਮਾਹੌਲ ਇਦਾਂ ਦਾ ਹੋਵੇ। ਅੱਛਾ, ਪਹਿਲੇ ਸਮਿਆਂ ਦੇ ਵਿੱਚ ਜਿਵੇਂ ਆਪਾਂ ਸਾਦਗੀ ਦੀ ਗੱਲ ਕਰਦੇ ਨਾ, ਲੋਕਾਂ ਦਾ ਜੀਵਨ ਬੜਾ ਸਾਦਾ ਸੀਗਾ ਤੇ ਮਨੋਰੰਜਨ ਦੇ ਸਾਧਨ ਇੱਕ ਦੂਸਰੇ ਤੋਂ ਲੱਭਦੇ ਸੀ। ਉਹ ਬਿਲਕੁਲ ਜੀ। ਸੱਥਾਂ ਨੇ ਜਿਹੜੀਆਂ, ਉਹ ਇੱਕ ਬਹੁਤ ਵਧੀਆ ਉਦਾਹਰਣ ਹੈ ਜੇ ਆਪਾਂ ਗੱਲ ਕਰਨੀ ਹੋਵੇ। ਹਾਂਜੀ ਬਿਲਕੁਲ। ਤੇ ਤੁਸੀਂ ਪਿੰਡ ਦੀਆਂ ਸੱਥਾਂ ਦੀ ਗੱਲਬਾਤ ਸਾਨੂੰ ਕੋਈ ਸੁਣਾਓ। ਪਿੰਡ ਦਾ ਮੈਂ ਥੋੜਾ ਜਿਹਾ ਇਹ ਦੱਸਦਾ ਜੀ ਵੀ ਜਿਹੜਾ ਹੁਣ ਲੋਕਾਂ ਦਾ ਸੋਚਣ ਦਾ ਜਿਹੜਾ ਢੰਗ ਹੈ ਨਾ, ਕੋਈ ਤਕਨੀਕ ਆਪਾਂ ਕਹਿ ਲਈਏ ਵੀ ਸਾਇੰਸ ਦੇ ਪੱਖੋਂ ਇੰਨੀ ਵਿਕਸਿਤ ਹੋ ਗਈ ਵੀ ਸਾਡਾ ਜਿਹੜਾ ਵਿਵਹਾਰਕ ਵਾਹ ਵਾਸਤਾ ਸੀ ਬਾਹਰਲੀਆਂ ਚੀਜ਼ਾਂ ਦੇ ਨਾਲ ਉਹ ਘਟ ਗਿਆ, ਸੁੰਗੜ ਗਿਆ। ਹੁਣ ਮੈਂ ਤੁਹਾਨੂੰ ਇੱਕ ਛੋਟੀ ਉਦਾਹਰਨ ਦਿੰਦਾ, ਹਾਸੇ ਵਾਲੀ ਵੀ ਹੈ। ਹੁਣ ਵੀ ਕਿਸੇ ਮਾਸਟਰ ਨੇ ਸਵਾਲ ਪੁੱਛਿਆ ਬੱਚੇ ਨੂੰ ਵੀ ਮੱਝ ਪੂੰਛ ਕਿਉਂ ਹਿਲਾਉਂਦੀ ਹੈ। ਹੁਣ ਤੁਸੀਂ ਬੱਚੇ ਦੀ ਸੋਚ ਦੇਖੋ, ਉਹ ਕਹਿੰਦੇ ਜੀ ਪੂੰਛ 'ਚ ਇੰਨੀ ਤਾਕਤ ਨਹੀਂ ਹੁੰਦੀ ਵੀ ਉਹ ਮੱਝ ਨੂੰ ਹਿਲਾ ਸਕੇ। ਹੁਣ ਮਤਲਬ ਵੀ ਇੱਥੇ ਜਿਹੜਾ ਗੈਪ ਪ੍ਰੈਕਟੀਕਲ ਦਾ ਉਹ ਪੈ ਗਿਆ ਵੀ ਉਹਨੂੰ ਇਹ ਪਤਾ ਨਹੀਂ ਵੀ ਕਾਹਦੇ ਵਾਸਤੇ ਹਿਲਾਉਂਦੀ ਹੈ, ਵੀ ਮੱਖੀਆਂ ਉਡਾਉਣੀਆਂ ਨੇ ਜਾਂ ਕੀ ਕਰਨਾ ਹੈ ਨਾ। ਵੀ ਉਹ ਦੇਖੋ ਹੁਣ ਵੀ ਇੰਨਾ ਸਾਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਨਸਲ ਦਾ, ਵੀ ਆਉਣ ਵਾਲੀ ਪੀੜ੍ਹੀ ਦਾ, ਕਿਉਂਕਿ ਹੁਣ ਉਹਨਾਂ ਦਾ ਵਾਹ ਵਾਸਤੇ ਇਹਨਾਂ ਚੀਜ਼ਾਂ ਨਾਲ ਪੈਂਦਾ ਨਹੀਂ, ਉਹਨਾਂ ਦੀ ਸੋਚ ਬਦਲ ਗਈ। ਹੁਣ ਪਹਿਲਾਂ ਪਿੰਡਾਂ ਦੇ ਲੋਕ ਬਹਿੰਦੇ ਸੀ, ਹਰ ਇੱਕ ਗੱਲ ਨੂੰ ਉਹ ਹਾਸੇ ਦੇ ਵਿੱਚ ਲੈ ਲੈਂਦੇ ਸੀ। ਜੇ ਕਿਸੇ ਨੇ ਕੁਝ ਕਹਿ ਵੀ ਦਿੱਤਾ ਤਾਂ ਇਹ ਕਹਿੰਦੇ ਸੀ ਵੀ ਇਹ ਹੱਸਦਾ, ਮਜ਼ਾਕ ਕਰਦਾ, ਗੁੱਸਾ ਨਹੀਂ ਸੀ ਕਰਦੇ ਉਸ ਗੱਲ ਦਾ। ਹੁਣ ਕੋਈ ਕਿਸੇ ਦਾ ਵੀ ਨਾ ਕੋਈ ਮਾੜਾ ਮੋਟਾ ਗਲਤ ਮਲਤ ਲੈ ਕੇ ਦਿਖਾਵੇ, ਲੋਕ ਉਹਦੇ ਪਿੱਛੇ ਪੈ ਜਾਣਗੇ। ਪਹਿਲਾਂ ਛੋਟੀ ਛੋਟੀ ਗੱਲਾਂ ਤੇ ਨਾ ਹੀ ਇਹੋ ਜਿਹੇ ਹੁੰਦੇ ਸੀ, ਲੋਕਾਂ ਦੇ ਨਾਂ ਰੱਖੇ ਵੀ ਹੁੰਦੇ ਸੀ ਬਹੁਤ ਸਾਰੇ। ਨਾ ਬਸ ਮਹੀਨਿਆਂ ਮੁੰਨਿਆਂ ਤੇ ਰੱਖ ਲੈਂਦੇ ਸੀ ਕਿ ਜੀ ਕਿਸੇ ਦਾ ਸਾਉਣ 'ਚ ਹੋਇਆ ਸਾਉਣ ਸਿੰਘ ਰੱਖ ਲਿਆ, ਕੋਈ ਜੇਠ 'ਚ ਹੋਇਆ ਜੇਠਾ ਸਿੰਘ ਰੱਖਤਾ, ਵਿਸਾਖ 'ਚ ਹੋਇਆ ਵਿਸਾਖਾ ਸਿੰਘ ਰੱਖਤਾ। ਸਾਡੇ ਕੰਨੀ ਸਾਰੇ ਇਦਾਂ ਜਿਹੇ ਦੇ ਨਾਂ ਲੈ ਲਏ ਮਿਲਦੇ ਨੇ। ਇੱਕ ਦਾ ਘਰ ਸਾਡੇ ਕੰਨੀ ਉਹਦੇ ਨੀਲਾ ਪੇਂਟ ਕੀਤਾ ਹੋਇਆ ਸੀ, ਹਨਾ। ਉਹਨਾਂ ਦੇ ਮੁੰਡਾ ਜੰਮਿਆ, ਉਹ ਲੀਲਾ ਨਾਂ ਰੱਖਤਾ ਉਹਦਾ, ਵੀ ਸਾਡੇ ਘਰ ਨੂੰ ਲੀਲੇ ਦਰਵਾਜ਼ੇ ਵਾਲੇ ਕਹਿੰਦੇ ਨੇ, ਉਹਦਾ ਲੀਲਾ ਰੱਖਤਾ ਨਾਂ। ਹਾਂ, ਉਹ ਨੀਲਾ ਰੰਗ ਹੁੰਦਾ ਸੀ ਉੱਥੇ ਕਈ ਮੁੰਡਿਆਂ ਦਾ, ਸਾਡੇ ਪਿੰਡ ਵੀ ਸੀਗਾ ਇੱਕ। ਹਾਂਜੀ, ਲੀਲਾ ਕਹਿ ਦਿੰਦੇ ਸੀ ਜੀ, ਨੀਲਾ ਜਾਂ ਲੀਲਾ। ਹਾਂਜੀ ਹਾਂਜੀ, ਲੀਲਾ ਨਾਮ ਰੱਖ ਦਿੰਦੇ ਜੀ, ਹਨਾ। ਸੋ ਜਿਹੜਾ ਨਾ, ਅੱਛਾ ਆਪਣੇ ਕੋਲ ਕਾਲਰ ਹੋਰ ਨੇ, ਫਿਰ ਆਪਾਂ ਅੱਗੇ ਤੁਰਦੇ ਹਾਂ। ਹਾਂਜੀ, ਹੈਲੋ ਜੀ, ਸਾਂਝਾ ਟੀਵੀ। ਸਤਿ ਸ਼੍ਰੀ ਅਕਾਲ ਮਨਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ ਨੂੰ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਇਹ ਬਹੁਤ ਪੜ੍ਹੇ ਲਿਖੇ ਆ, ਸਮਝਦਾਰ ਹੈ, ਇਹਨਾਂ ਕੋਲ ਹੋਰ ਸੁਣੋ ਜੋ। ਜ਼ਰੂਰ ਸੁਣਾਂਗੇ ਜੀ, ਜ਼ਰੂਰ। ਇਸੇ ਕਰਕੇ ਲੈ ਕੇ ਆਂਦਾ ਇਹਨਾਂ ਨੂੰ ਅੱਜ ਦਾ ਪ੍ਰੋਗਰਾਮ ਆਪਾਂ। ਸਤਿ ਸ਼੍ਰੀ ਅਕਾਲ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਚੁਟਕਲੇ ਤਾਂ ਆਪਾਂ ਸੁਣਾਉਣੇ ਹੀ ਸੁਣਾਉਣੇ ਆ ਨਾਲ ਦੀ ਨਾਲ। ਸੱਥ ਦੇ ਮਾਹੌਲ ਦੀ ਆਪਾਂ ਗੱਲ ਕਰ ਰਹੇ ਸੀਗੇ ਹਰਵਿੰਦਰ। ਉਹਦੇ 'ਚ ਪਿੰਡਾਂ 'ਚ ਕੀ ਹੁੰਦਾ ਸੀ, ਬਜ਼ੁਰਗ ਵੀ ਹੁੰਦੇ ਸੀ, ਨੌਜਵਾਨ ਮੁੰਡੇ ਵੀ ਬਹਿ ਜਾਂਦੇ ਹੁੰਦੇ ਸੀ, ਕੋਈ ਉਹਦਾ ਉਮਰ ਦਾ ਨਹੀਂ ਸੀ ਹੁੰਦਾ। ਬਿਲਕੁਲ। ਤੇ ਕਿਸੇ ਛੋਟੇ ਜਵਾਕ ਨੂੰ ਮਾਂ ਨੇ ਝੜਕਾ ਮਾਰਨਾ ਤਾਂ ਉਹਨੇ ਵੀ ਜਾ ਕੇ ਉੱਥੇ ਬਹਿ ਜਾਣਾ। ਬਿਲਕੁਲ ਬਿਲਕੁਲ। ਡਰਦੇ ਨੇ, ਸਿਰ ਨਾ ਨਹਾਉਣ ਨੂੰ ਜੀ ਕਰਨਾ ਤਾਂ। ਬਿਲਕੁਲ। ਸੱਥ ਇੱਕ ਕਿਸਮ ਦੀ ਆਪਾਂ ਕਹਿ ਲਈਏ ਵੀ ਆਪਣੇ ਆਪ ਦੇ ਵਿੱਚ ਇੱਕ ਕਚਹਿਰੀ ਵਰਗੀ ਵੀ ਚੀਜ਼ ਹੁੰਦੀ ਸੀ। ਮੈਂ ਇੱਕ ਉਦਾਹਰਨ ਹੋਰ ਦਿੰਦਾ, ਹੁਣ ਤੁਸੀਂ ਪਿੰਡਾਂ ਦੀਆਂ ਗੱਲਾਂ ਬਾਤਾਂ ਸੁਣ ਲਈਆਂ ਜੀ। ਪਿੰਡ ਤੋਂ ਨਿਆਈ ਵਾਲੇ ਪਾਸੇ ਖੇਤਾਂ ਦੇ ਵਿੱਚ ਪੁਲਿਸ ਨੇ ਛਾਪਾ ਮਾਰਿਆ ਵੀ ਉੱਥੇ ਸ਼ਰਾਬ ਕੱਢਦੇ 2-3 ਬੰਦੇ ਫੜ ਲਏ। ਅੱਛਾ, ਉਹ ਕਿਸੇ ਦੇ ਘਰਾਂ 'ਚ ਹੁਣ ਜਿਵੇਂ ਸੀਰੀ ਪਾਲੀ ਹੁੰਦੇ ਆ ਵੀ ਕੱਢਣ ਕੁੱਢਣ ਲਾ ਦਿੰਦੇ ਆ। ਥਾਣੇਦਾਰ ਨੇ ਆ ਕੇ ਭਿੱਖੀ ਤੋਂ ਫੜ ਲਏ।
ਫੜ ਕੇ ਵੀ ਉਹਨਾਂ ਨੂੰ ਕਹਿੰਦਾ ਵੀ ਸਰਪੰਚ ਦੇ ਘਰ ਤੱਕ ਲੈ ਕੇ ਜਾਂਦੇ ਆ, ਵੀ ਉੱਥੇ ਵੀ ਘੜੇ ਜਿਹੜੇ ਸ਼ਰਾਬ ਦੇ ਸੀਗੇ ਉਹ ਸਿਰ ਤੇ ਚੁਕਾਏ ਦੋਨਾਂ ਤਿੰਨਾਂ ਨੂੰ, ਤੇ ਪਿੱਛੇ ਪਿੱਛੇ ਥਾਣੇਦਾਰ ਮੂਹਰੇ ਉਹ ਲਾਏ ਹੋਏ, ਇੱਕ ਦਾ ਨਾਲ ਸਿਪਾਹੀ ਹੋਰ ਇਸ ਤਰ੍ਹਾਂ ਤੁਰਿਆ ਉਹਨਾਂ ਨੇ। ਸੱਥ ਵਿੱਚੋਂ ਲੰਘੀਆਂ ਨੇ, ਉੱਥੇ ਸਾਡੇ ਭਾਨ ਲੰਗੜਾ, ਮੈਂ ਉਹਦੇ ਬਾਰੇ ਕਾਫੀ ਲਿਖਿਆ ਹੈ। ਅੱਛਾ ਜੀ। ਬਹੁਤ ਮਤਲਬ ਕਿ ਮਹਾਨ ਕਰੈਕਟਰ ਰਿਹਾ, ਬਦਮਾਸ਼ ਵੀ ਰਿਹਾ, ਉਹ ਇਹੋ ਜਿਹੇ ਕੰਮਾਂ 'ਚ ਉਹ ਲੋਕਾਂ ਦਾ ਹਮਾਇਤੀ ਵੀ ਰਿਹਾ। ਓਕੇ। ਹੁਣ ਤੁਸੀਂ ਦੇਖੋ ਵੀ ਲੋਕਾਂ ਦੀ ਸਾਂਝ ਦੀ ਗੱਲ, ਤੇ ਉਹ ਜਦੋਂ ਸਿਰ ਤੇ ਘੜੇ ਧਰੇ ਹੋਏ ਆ, ਹੁਣ ਬੰਦੇ ਬੁੱਝ ਲੈਂਦੇ ਨੇ ਵੀ ਪਿੱਛੇ ਪੁਲਿਸ ਆਉਂਦੀ ਹੈ, ਵੀ ਕੇਸ ਕੀ ਹੋ ਗਿਆ, ਹਨਾ, ਉਹਨੇ ਅੰਦਾਜ਼ਾ ਲਾ ਲਿਆ। ਉਹ ਕਹਿੰਦਾ ਕਿਵੇਂ ਹੋਏ, ਸਿਰ ਤੇ ਧਰੀ ਆਉਣੇ ਹੋ ਘੜੇ, ਕਹਿੰਦਾ ਯਾਰ ਕੀ ਕਰੀਏ, ਆ ਪਿੱਛੇ ਪੁਲਿਸ ਆਉਂਦੀ ਹੈ, ਛਾਪਾ ਮਾਰ ਲਿਆ, ਫੜ ਲਏ। ਉਹ ਕਹਿੰਦੇ ਸਬੂਤ ਤਾਂ ਤੁਸੀਂ ਖੁਦ ਲਈ ਜਾਂਦੇ ਹੋ, ਨਾਲ ਇਹਨੂੰ ਮਾਰੋ ਥਾਣੇਦਾਰ ਦੇ ਪੈਰਾਂ 'ਚ, ਕੀ ਕਰ ਲੂ, ਕਹਿੰਦੇ ਦੋ ਡਾਂਗਾ ਹੀ ਨੇ, ਵੀ ਉਧਰ ਵੱਧ ਪੈਣਗੀਆਂ। ਉਹ ਕਹਿਣ ਦੀ ਦੇਰ ਸੀ, ਉਹਨਾਂ ਨੇ ਘਰੇ ਪਟਾਕ ਪਟਾਕ ਥੱਲੇ ਮਾਰੇ ਜੀ, ਸਬੂਤ ਖਤਮ ਹੋ ਗਿਆ, ਹਨਾ। ਥਾਣੇਦਾਰ ਨੇ ਭਾਨ ਲੰਗੜੇ ਦੇ ਪਿੱਛੇ ਪਿਆ, ਭਾਨ ਲੰਗੜਾ ਵੀ ਤਕੜਾ ਸੀ, ਉਹਨੇ ਥਾਣੇਦਾਰ ਢਾ ਲਿਆ, ਥਾਣੇਦਾਰ ਢਾ ਕੇ ਗੱਲ ਖੁਰਦ-ਬੁਰਦ ਹੋ ਗਈ, ਤੇ ਫੈਸਲਾ ਉੱਥੇ ਹੀ ਹੋ ਗਿਆ ਕਚਹਿਰੀ ਦੇ ਵਿੱਚ। ਫਿਰ ਕਿਹਨੇ ਪੁੱਛਣਾ ਸੀ? ਪਿੰਡ ਦੇ ਲੋਕ ਵੀ ਇੱਕ ਦੂਜੇ ਦੇ ਇੰਨੇ ਹਮਦਰਦ ਵੀ ਸੀ। ਪਹਿਲਾਂ ਤਾਂ ਐ ਵੀ ਪਿੰਡ ਦੇ ਵਿੱਚ ਕੋਈ ਪੁਲਿਸ ਨੂੰ ਆਉਣ ਨਹੀਂ ਸੀ ਦਿੰਦਾ, ਹਨਾ, ਜੇ ਆ ਵੀ ਗਈ ਤਾਂ ਇਦਾਂ ਦੇ ਲੋਕ ਸਾਥ ਦਿੰਦੇ ਸੀ ਉਹਨਾਂ ਦਾ। ਇਸੇ ਕਰਕੇ ਮੇਰਾ ਖਿਆਲ ਆ ਸ਼ਰਮਾ ਜੀ, ਮੈਨੂੰ ਪਤਾ ਨਹੀਂ, ਮੈਂ ਤੁਹਾਡੇ ਉਹ ਕੀ ਕਹਿੰਦੇ ਹੁੰਦੇ ਆਸਰੇ ਤੇ ਹੀ ਗੱਲ ਕਰਨ ਲੱਗੀ ਆ। ਠੀਕ ਹੈ ਜੀ। ਤਾਂ ਹੀ ਪਿੰਡਾਂ ਦੇ ਵਿੱਚ ਤਕਰੀਬਨ ਸਾਰੇ ਪਿੰਡਾਂ 'ਚ ਬਾਵਾ ਸ਼ਰਾਬ ਕੱਢ ਲੈਂਦੇ ਸੀ ਲੋਕ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹਮਾਇਤ ਇਧਰੋਂ ਉਧਰੋਂ ਮਿਲ ਜਾਣੀ। ਵਿਆਹ ਸ਼ਾਦੀ ਹੈ ਜੀ, ਕਿਸੇ ਦੇ ਕੋਈ ਸਮਾਗਮ ਹੈ, ਕੋਈ ਕੁਝ ਹੈ, ਵੀ ਘਰੇ ਆਪਦਾ ਵੀ ਸਾਰ ਸੂਰਜ ਲੈਂਦੇ ਸੀ ਲੋਕ। ਪਰ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਵੀ ਨਸ਼ਿਆਂ ਨੂੰ ਹੱਲਾਸ਼ੇਰੀ ਦੇ ਰਹੇ ਹਾਂ, ਨਹੀਂ, ਉਹ ਤਾਂ ਪੁਰਾਣੀ ਗੱਲ ਕਰ ਰਹੇ ਅੰਗ ਰਿਹਾ ਬਸ ਉਹਨਾਂ ਦਾ, ਹਨਾ ਜੀ, ਵੀ ਇੱਕ ਅੰਗ ਜਿਹਾ ਰਿਹਾ, ਵੀ ਜਿਵੇਂ ਕਿਸੇ ਨੇ ਲੱਸੀ ਰਿੜਕ ਲਈ ਉਵੇਂ ਜੇ ਕਿਸੇ ਨੇ ਸ਼ਰਾਬ ਕੱਢ ਲਈ, ਬਸ ਬਰਾਬਰ ਬਰਾਬਰ ਜੇ ਕੰਮ ਚੱਲਦਾ ਹੈ ਨਾ। ਘਰੇ ਦੁੱਧ ਰਿੜਕਣਾ ਰੱਖਿਆ ਹੋਇਆ ਤੇ ਖੇਤ ਦੇ ਵਿੱਚ ਉਹਨਾਂ ਨੇ ਭੱਠੀ ਵੀ ਲਾਈ ਹੋਈ ਹੈ, ਹਿਸਾਬ ਕਿਤਾਬ ਬਰਾਬਰ ਹੈ, ਵੀ ਖੁਰਾਕ ਇੱਧਰ ਵੀ ਚੰਗੀ ਖਾਣੀ ਹੈ ਤੇ ਉਧਰ ਵੀ ਚੰਗੀ ਖਾਣੀ ਹੈ। ਔਰ ਮੇਰੇ ਸੁਣਨ 'ਚ ਇਹ ਵੀ ਆਇਆ ਕਿ ਜਦੋਂ ਕੋਈ ਪ੍ਰਾਹੁਣਾ ਆਉਂਦਾ ਸੀ, ਪ੍ਰਾਹੁਣੇ ਦੇ ਹਿਸਾਬ ਨਾਲ ਫਿਰ ਉਹ ਕੱਢ ਕੇ ਲਿਆਉਂਦੇ ਹੁੰਦੇ ਸੀ। ਬਿਲਕੁਲ ਬਿਲਕੁਲ ਜੀ, ਹਨਾ, ਪਿਆਉਣ ਨੂੰ ਦੇਣੀ। ਮੈਨੂੰ ਮੇਰੇ ਫਾਦਰ ਸਾਹਿਬ ਦੀਆਂ ਕਈ ਗੱਲਾਂ ਯਾਦ ਆਉਂਦੀਆਂ। ਅੱਛਾ ਅੱਛਾ ਅੱਛਾ, ਸਹੀ ਹੈ ਜੀ। ਆਪ ਨਹੀਂ ਸੀ ਪੀਂਦੇ, ਪਰ ਉਹ ਰੱਖਦੇ ਜ਼ਰੂਰ ਸੀ ਵੀ ਕੋਈ ਉਹੋ ਜਿਹਾ ਪ੍ਰਾਹੁਣਾ ਆ ਗਿਆ ਤੇ ਫਿਰ ਮਤਲਬ ਉਹਨਾਂ ਨੂੰ ਪਿਆਉਣੀ ਪੈ ਜਾਂਦੀ, ਹਾਜ਼ਰ ਕਰਨੀ ਪੈਂਦੀ ਸੀ ਜੀ। ਆਓ ਭਗਤ ਚੰਗੀ ਤਰ੍ਹਾਂ ਕਰਦੇ ਸੀਗੇ ਜੀ, ਔਰ ਇਹ ਜ਼ਰੂਰੀ ਹੁੰਦਾ ਸੀ। ਬਿਲਕੁਲ ਬਿਲਕੁਲ ਜੀ। ਪ੍ਰਾਹੁਣਿਆਂ ਦੀ ਗੱਲਬਾਤ ਮੈਂ ਸੁਣਾ ਦਿੰਦਾ ਜੀ ਤੁਹਾਨੂੰ। ਹਾਂਜੀ, ਸੁਣਾਓ। ਅੱਛਾ, ਹੁਣ ਮੇਰੇ ਸਰੋਤਿਆਂ ਨੇ ਸੁਣੀ ਵੀ ਹੋਣੀ ਹੈ ਵੀ ਦਿੜਵਾ ਮੰਡੀ ਦੀ ਗੱਲਬਾਤ ਕਰਦੇ ਆ। ਓਕੇ। ਅੱਛਾ, ਉਸ ਘਰੇ ਵੀ ਤਿੰਨ ਪ੍ਰਾਹੁਣੇ, ਵੀ ਤਿੰਨ ਕੁੜੀਆਂ ਤਿੰਨ ਪ੍ਰਾਹੁਣੇ ਹੋ ਗਏ ਉਹਨਾਂ ਦੇ ਹੁਣ। ਅੱਛਾ, ਦੋ ਜਿਹੜੇ ਪ੍ਰਾਹੁਣੇ ਸੀ ਉਹ ਪੀਣ ਪੂਣ ਵਾਲੇ ਸੀਗੇ ਜੀ। ਅੱਛਾ। ਜਦੋਂ ਆਉਂਦੇ ਉਹ ਵੀ ਟੱਬਰ ਦੇ, ਤੁਹਾਨੂੰ ਪਤਾ ਵੀ ਹਾਫੜਾ ਦਫੜੀ ਮੱਚ ਜਾਣੀ, ਹਨਾ, ਵੀ ਆਹ ਲਿਆਓਏ ਗੰਢੇ, ਲਿਆਓਏ ਆਹ ਕਰ, ਫਲਾਨਾ ਕਰ, ਅਚਾਰ ਲਿਆ, ਸਬਜ਼ੀ ਬਣਾਉਣੀ ਹੈ, ਬਾਜ਼ਾਰੋਂ ਆਹ ਫੜ ਕੇ ਲਿਆ, ਆਹ ਬੋਤਲ ਲਿਆ ਫੜ ਕੇ, ਤੇ ਵੀ ਪ੍ਰਾਹੁਣਾ ਆਇਆ, ਸਾਰਾ ਟੱਬਰ ਭੱਜਿਆ ਫਿਰਦਾ ਰਹਿਣਾ, ਵੀ ਵਿਹੜੇ 'ਚ ਮੰਜਾ ਡਾਇਆ, ਪਾਣੀ ਪੂਣੀ ਛਿੜਕਿਆ, ਉਹਦੇ ਤੇ ਚਾਦਰ ਵਿਛਾਈ, ਵੀ ਪ੍ਰਾਹੁਣਾ ਕਿਤੇ ਗੁੱਸਾ ਨਾ ਆ ਜੇ, ਕੋਈ ਕਮੀ ਪੇਸ਼ੀ ਨਾ ਰਹਿ ਜੇ, ਮੇਜ਼ ਜਾਂ ਧਰ ਕੇ ਉਹਦੇ ਤੇ ਜੱਗ ਰੱਖਣਾ, ਬਰਫ਼ ਬੁਰਫ ਪਾ ਕੇ ਧਰਨੀ, ਸਾਰਾ ਕੁਛ ਇਹੋ ਜਿਹਾ ਨਾ। ਇੱਕ ਵੀ ਮੇਰੇ ਵਰਗਾ ਸੀ ਜਿਹੜਾ ਪੀਂਦਾ ਨਹੀਂ ਸੀਗਾ, ਉਹਨੂੰ ਕਹਿ ਦਿੰਦੇ ਵੀ ਇਹ ਭਗਤਾ, ਹੈਨਾ। ਅੱਛਾ, ਤੁਸੀਂ ਦੱਸ ਤਾ ਨਾ, ਚੰਗਾ ਕੀਤਾ ਕਲੀਅਰ। ਹਾਂਜੀ, ਨਹੀਂ ਦੱਸਿਆ ਠੀਕ ਰਹਿੰਦੇ, ਦੱਸਿਆ ਠੀਕ ਰਹਿੰਦਾ। ਹਾਂਜੀ। ਅੱਛਾ, ਸ਼ੁਰੂ ਤੋਂ ਹੀ ਨਹੀਂ ਕਦੇ ਪੀਤੀ? ਨਾ ਜੀ, ਆਪਾਂ ਸਵਾਦ ਹੀ ਨਹੀਂ ਦੇਖਿਆ ਜੀ ਕਦੇ। ਅੱਛਾ। ਨਾ ਜੀ, ਬਹੁਤ ਚੰਗੀ ਗੱਲ ਹੈ, ਘਰ 'ਚ ਕਿਸੇ ਨੇ ਵੀ ਨਹੀਂ ਦੇਖਿਆ। ਬਹੁਤ ਚੰਗੀ ਗੱਲ। ਹਾਂਜੀ ਜੀ। ਤੇ ਉਹ ਕਹਿੰਦੇ ਵੀ ਭਗਤਾ ਹੈ ਨਾ। ਅੱਛਾ, ਪਿੰਡ ਦੇ ਲੋਕਾਂ ਨੇ ਚੱਕ ਦੇਤੀ ਉਹਨੂੰ ਵੀ ਯਾਰ ਉਹ ਪ੍ਰਾਹੁਣੇ ਤਾਂ ਉਹ ਨੇ, ਜ਼ਿੰਦਗੀ ਉਹਨਾਂ ਦੀ ਹੈ, ਵੀ ਆਉਂਦੇ ਨੇ, ਦੇਖ ਕਿੰਨੀ ਖਾਤਰ ਹੁੰਦੀ ਹੈ, ਵੀ ਸਾਰੇ ਹੱਟੀਆਂ ਤੇ ਇਹਨਾਂ ਦਾ ਗੇੜਾ ਲੱਗ ਜਾਂਦਾ ਟੱਬਰ ਦਾ, ਕੋਈ ਨਿੰਬੂ ਲੈਣ ਭਜਦਾ, ਕੋਈ ਬਰਫ਼ ਲੈਣ ਭਜਦਾ, ਤੂੰ ਆਉਣਾ, ਤੈਨੂੰ ਕਹਿੰਦੇ ਭਗਤਾ ਕਰਕੇ ਦਾਲ ਰੋਟੀ ਖਵਾ ਕੇ ਵੀ ਤੋੜ ਦਿੰਦੇ ਨੇ ਆਈ, ਵੀ ਤੇਰੀ ਕੋਈ ਚਹਿਲ ਪਹਿਲ ਨਾ, ਤੈਨੂੰ ਕੋਈ ਪੁੱਛਦਾ ਨਾ ਵਾਸਤਾ, ਤੈਨੂੰ ਭਗਤਾ ਕਰੀ ਜਾਂਦੇ ਨੇ। ਉਹ ਕਹਿੰਦਾ ਚੱਲ ਯਾਰ ਕੋਈ ਨਹੀਂ, ਮੈਨੂੰ ਕੀ ਫਰਕ ਪੈਂਦਾ। ਉਹ ਕਹਿੰਦੇ ਪੈਂਦਾ ਕਿਵੇਂ ਨਹੀਂ, ਅੱਛਾ, ਆਈ ਕੱਲ ਨੂੰ ਦੇਖ ਕੇ ਕਹਿੰਦੇ ਸਾਨੂੰ ਵੀ ਇਹੋ ਜਿਹਾ ਕੋਈ ਸਲੂਕ ਕਰੂਗਾ ਸਾਡੇ ਸਹੁਰਿਆਂ ਦੇ ਨਾਲ, ਐ ਫਲਾਨਾ ਧਿਉਂਕਾ। ਅੱਛਾ, ਇੱਕ ਦਿਨ ਕਿਤੇ ਇੱਧਰ ਉੱਧਰ ਲਿਜਾ ਜੋ ਕੇ ਵੇਲੇ ਕਵੇਲੇ ਕਿਤੇ ਵੀ ਚੋਰੀ ਚਾਰੀ ਘੁੱਟ ਲਵਾਤਾ ਜੀ। ਅੱਛਾ, ਵੀ ਇਹ ਤਾਂ ਲੱਸੀ ਹੈ ਫਲਾਨਾ ਧਿਉਂਕਾ, ਇਹਨੇ ਰੇਨੂੰ ਚ ਪਿਆਤੀ ਹੈ ਨਾ, ਪਿਆ ਕੇ ਤੇ ਉਹਨੂੰ ਫੇਰ ਭੜਕਾਤਾ ਵੀ ਤੂੰ ਕਿਹਾ ਘਰ ਆਪਦੇ ਜਾ ਕੇ ਵੀ ਸਹੁਰੇ ਵੀ ਮੈਨੂੰ ਪ੍ਰਾਹੁਣਾ ਕਿਹਾ ਕਰੋ। ਅੱਛਾ, ਉਹ ਕਹਿੰਦਾ ਵੀ ਠੀਕ ਹੈ, ਕਹਿੰਦਾ ਮੈਂ ਜਾ ਕੇ ਕਰਦਾ, ਕਹਿੰਦਾ ਅੱਜ ਹਿਸਾਬ ਕਿਤਾਬ। ਆ ਕੇ ਘਰੇ ਰੌਲਾ ਪਾਉਣ ਲੱਗ ਗਿਆ, ਕਹਿੰਦਾ ਤੁਸੀਂ ਮੈਨੂੰ ਪ੍ਰਾਹੁਣਾ ਕਹਿ ਕੇ ਨਹੀਂ ਬੁਲਾਉਂਦੇ, ਬਾਕੀ ਦੋ ਨੂੰ ਬੁਲਾਉਣੇ ਹੋ, ਮੈਂ ਕੀ ਉਹਨਾਂ ਨਾਲੋਂ ਘੱਟ ਆ, ਮੈਨੂੰ ਕੀ ਜ਼ਮੀਨ ਘੱਟ ਆਉਂਦੀ ਹੈ, ਜਾਂ ਮੈਂ ਖਾਂਦੇ ਪੀਂਦੇ ਘਰ ਦਾ ਨਹੀਂ, ਮੈਂ ਕੋਈ ਨੰਗਾ ਫਲਾਨਾ ਧਮਕਾ, ਕਾਰਨ ਤਾਂ ਦੱਸੋ। ਹਾਂ, ਉਹ ਔਖਾ ਹੋ ਗਿਆ ਜੀ ਪੂਰਾ। ਉਹ ਤਾਂ
ਉਹ ਕਰਨ ਭਗਤਾ ਤੂੰ ਬਹਿ ਜਾ ਆਰਾਮ ਨਾਲ, ਵੀ ਤੈਨੂੰ ਕੀ ਹੋ ਗਿਆ। ਹਾਂਜੀ। ਕੋਈ ਉਹਦੀ ਸੱਸ ਕਹੇ ਭਗਤ ਨੂੰ ਭਾਈ ਕੋਈ ਕਾਸਰ ਹੋ ਗਈ, ਕੋਈ ਕੁਛ, ਉਹ ਹੋਰ ਗੁੱਸੇ ਆਈ ਜਾਵੇ ਅੱਛਾ ਵੀ ਇਹ ਤਾਂ ਭਗਤ ਕਹਿੰਨੋਂ ਹਟਦੇ ਹੀ ਨਹੀਂ। ਫੇਰ ਇੱਕ ਦੋ ਸਿਆਣੀ ਬੁੜੀ ਆਈ, ਕਹਿੰਦੇ ਭਗਤਾ ਵੀ ਤੈਨੂੰ ਕੀ ਹੋ ਗਿਆ ਸਿਰ ਜਾ ਪਲੂਸ ਕੇ, ਤੂੰ ਤਾਂ ਕਦੇ ਉੱਚਾ ਬੋਲਿਆ ਨਹੀਂ ਸੀ। ਕਹਿੰਦੀ ਮੈਨੂੰ ਤਾਂ ਆਪਦੇ ਘਰੇ ਆਵਾਜ਼ ਸੁਣੀ ਤੇਰੀ ਅੱਜ, ਵੀ ਭਗਤ ਨੂੰ ਕੀ ਹੋ ਗਿਆ। ਮੈਂ ਤਾਂ ਕਹਿੰਦੀ ਹਾਲ ਚਾਲ ਪਤਾ ਕਰਨਾ ਹੀ ਹੈ। ਉਹ ਕਹਿੰਦਾ ਵੀ ਤੂੰ ਵੀ ਮਾਂ, ਕਹਿੰਦਾ ਮੈਨੂੰ ਭਗਤਾ ਕਹੀ ਜਾਂਦੀ ਹੈ, ਕਹਿੰਦੇ ਇਸੇ ਗੱਲ ਤੋਂ ਤਾਂ ਮੈਨੂੰ ਖਿਝ ਹੈ, ਕਹਿੰਦਾ ਅੱਜ ਤੋਂ ਬਾਅਦ ਮੈਨੂੰ ਪ੍ਰਾਹੁਣਾ ਕਿਹਾ ਕਰੋ। ਅੱਛਾ ਫੇਰ ਸਾਰੇ ਕਹਿਣ, ਉਹਦਾ ਸਹੁਰਾ ਕਹਿੰਦਾ ਭਗਤਾ ਵੀ ਤੂੰ ਬਹਿ ਜਾ ਆਰਾਮ ਕਰ ਲੈ, ਠੰਡਾ ਪਾਣੀ ਪੀ ਲੈ, ਵੀ ਕੁਛ ਨਾ ਕੁਛ ਹੋ ਗਿਆ ਤੈਨੂੰ। ਉਹ ਕਰਦਾ ਕਰਦਾ ਹੁਣ ਮੰਨੇ ਨਹੀਂ ਜੀ ਕੋਈ ਵੀ ਜਾਣਾ, ਉਹ ਕੋਠੇ ਚੜ ਗਿਆ। ਅੱਛਾ ਕੋਠੇ ਚੜ ਕੇ ਆਥਣ ਜੇ ਦਾ ਵੇਲਾ ਹੋ ਗਿਆ ਤੇ ਚੜ ਕੇ ਕਹਿੰਦਾ ਵੀ ਮੈਂ ਤਾਂ ਕੋਠੇ ਤੋਂ ਛਾਲ ਮਾਰਨੀ ਹੈ ਜੇ ਤੁਸੀਂ ਮੈਨੂੰ ਪ੍ਰਾਹੁਣਾ ਕਹਿ ਕੇ ਨਹੀਂ ਬੁਲਾਉਂਦੇ। ਅੱਛਾ ਵੀ ਪ੍ਰਾਹੁਣਾ ਕਹਿ ਕੇ ਬੁਲਾਓ ਫੇਰ ਉਤਰੋ, ਨਹੀਂ ਕਹਿੰਦਾ ਮੈਂ ਛਾਲ ਮਾਰੂ। ਅੱਛਾ ਲੋਕ ਫੇਰ ਉਹਨੂੰ ਕਹਿਣ ਭਗਤਾ ਥੱਲੇ ਉਤਰਿਆ ਵੀ ਤੂੰ ਤਾਂ ਇਹੋ ਜਿਹਾ ਹੈ ਨਹੀਂ ਸੀ, ਵੀ ਤੈਨੂੰ ਕੀ ਹੋ ਗਿਆ। ਉਹ ਇੱਕ ਦੂਜੇ ਨੂੰ ਕਰਨ ਵੀ ਇਹਨੇ ਚੱਕ ਦਿੱਤੀ ਹੈ, ਇਹਨੇ ਚੱਕ ਦਿੱਤੀ ਹੈ। ਉਹ ਕਹਿੰਦਾ ਚੱਕ ਵਾਲੀ ਕੀ ਗੱਲ ਹੈ, ਵੀ ਕਹਿੰਦਾ ਇਨਸਾਫ ਦੀ ਗੱਲ ਹੈ, ਵੀ ਕਹਿੰਦਾ ਦੋ ਆਉਂਦੇ ਨੇ ਉਹਨਾਂ ਦੀ ਇੰਨੀ ਖਾਤਰਦਾਰੀ, ਪ੍ਰਾਹੁਣਾ ਪ੍ਰਾਹੁਣਾ ਕਰਦੇ ਨੇ, ਕਹਿੰਦਾ ਮੈਨੂੰ ਕੋਈ ਮਾਣ ਸਨਮਾਨ ਹੀ ਨਹੀਂ। ਉਹ ਕਹਿੰਦੇ ਯਾਰ ਤੇਰਾ ਜਿਹੜਾ ਤੂੰ ਚਾਹਣਾ ਹੈ ਤੈਨੂੰ ਖਾਣ ਪੀਣ ਨੂੰ ਉਹ ਦਿੰਨੇ ਆ, ਇਹ ਕਹਿੰਦਾ ਖਾਣ ਪੀਣ ਵਾਲੀਆਂ ਕਿਹੜੀਆਂ ਚੀਜ਼ਾਂ ਨੇ। ਕਹਿੰਦਾ ਮੈਨੂੰ ਪ੍ਰਾਹੁਣਾ ਕਹਿ ਕੇ ਬੁਲਾਓ। ਉਹ ਫੇਰ ਕਹੀ ਜਾਣ ਭਗਤਾ, ਉਹ ਥੱਲੇ ਉਤਰਿਆ। ਆਖਰਕਾਰ ਜੀ ਕਿਸੇ ਨੇ ਉਹਨੂੰ ਪ੍ਰਾਹੁਣਾ ਕਿਹਾ ਨਹੀਂ ਤੇ ਉਹਨੇ ਗੁੱਸੇ ਚ ਆ ਕੇ ਥੱਲੇ ਛਾਲ ਮਾਰੀ। ਥੱਲੇ ਕਿਤੇ ਚਿੱਕੜ ਚੁੱਕੜ ਸੀ, ਗੋਹਾ ਗਾਹਾ ਵੀ ਪਿਆ ਸੀ, ਉਹ ਤਿਲਕ ਗਿਆ, ਚੂਕਣਾ ਟੁੱਟ ਗਿਆ ਉਹਦੀ। ਫਿਰ ਨੇਰਾ ਜਿਹਾ ਹੋਇਆ, ਲੋਕ ਹੋਰ ਇਕੱਠੇ ਹੋ ਗਏ ਵੀ ਕੌਣ ਹੈ ਕੌਣ ਹੈ। ਉਹਦੀ ਸੱਸ ਕਹਿੰਦੀ ਇਹ ਤਾਂ ਭਾਈ ਸਾਡਾ ਭੁੱਚੋ ਵਾਲਾ ਪ੍ਰਾਹੁਣਾ ਸੀ। ਅੱਛਾ ਉਹ ਕਹਿੰਦਾ ਹੁਣ ਪ੍ਰਾਹੁਣਾ ਕਹੋ ਨਾ ਕਹੋ, ਮੈਂ ਤਾਂ ਕਹਿੰਦਾ ਚੂਕਣਾ ਤੜਾ ਲਿਆ। ਹੁਣ ਕਹੋ ਚਾਹੇ ਨਾ ਕਹੋਗੇ। ਲੋਕ ਐ ਵੀ ਹੁਣ ਵੀ ਹੱਸਦੇ ਗੱਲਾਂ ਬਾਤਾਂ ਦੇ ਨਾਲ, ਹਨਾ, ਵੀ ਗੱਲਾਂ ਬਾਤਾਂ ਚੱਲਦੀਆਂ। ਬਿਲਕੁਲ ਬਿਲਕੁਲ। ਅੱਛਾ ਪ੍ਰਾਹੁਣੇ ਐ ਕਿਉਂ ਕਰਦੇ ਸੀ ਸਹੁਰੇ ਜਾ ਕੇ? ਬੜੇ ਅੜਬ ਹੁੰਦੇ ਸੀ ਕਈ ਤਾਂ ਉੱਥੇ ਦੇਖੀਦੇ ਸੀ, ਸੁਣੀਦੇ ਸੀ। ਹਾਂਜੀ ਤੇ ਉਹ ਐਵੇਂ ਸਹੁਰਿਆਂ ਨੂੰ ਮਤਲਬ ਕੰਬਣੇ ਲਾ ਛੱਡਦੇ ਸੀ ਜਿੰਨੇ ਚਿਰ ਉੱਥੇ ਰਹਿੰਦੇ ਸੀ। ਬਿਲਕੁਲ 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 ਅੱਗੇ। ਪਰ ਹੁਣ ਸਾਰਾ ਕੁਝ ਬਦਲ ਗਿਆ, ਕਰ ਮਾਹੌਲ ਚੇਂਜ ਹੋ ਗਿਆ, ਜਾਂ ਮੁੰਡਿਆਂ ਨੂੰ ਸਮਝ ਆ ਗਈ ਆ ਕੀ ਆ ਅਸਲ 'ਚ ਕੀ ਆ ਇਹ ਚੱਕਰ। ਦੇਖੋ ਜਿਹੜੇ ਤਾਂ ਰਹੇ ਸਿਆਣੇ ਐਵੇਂ ਕਹਿ ਦਈਏ, ਉਹ ਤਾਂ ਉੱਥੇ ਵੀ ਸਿਆਣੇ ਬਣ ਕੇ ਰਹੇ, ਹਨਾ ਜੀ, ਵੀ ਸਹੁਰੇ ਘਰ ਜਾ ਕੇ ਵੀ ਠੀਕ ਵੀ ਚਾਹੇ ਕੋਈ ਕਿਸ ਤਰ੍ਹਾਂ ਦੇ ਵੀ ਹੈ। ਪਰ ਕਈਆਂ ਨੂੰ ਐ ਹੁੰਦਾ ਵੀ ਥੋੜੀ ਜੀ ਖਾਤਰਦਾਰੀ ਜੀ ਕਰਾਉਣ ਦਾ, ਵੀ ਮੇਰਾ ਰੋਹ ਜਾਂ ਬਰਕਰਾਰ ਰਹੇ, ਵੀ ਰੋਹ ਬਰਕਰਾਰ ਹੈ ਤਾਂ ਉਦੋਂ ਤੱਕ ਖਾਣ ਪੀਣ ਨੂੰ ਮਿਲਦਾ। ਆਪਾਂ ਵੀ ਕਈ ਦਿਨ ਹੋ ਗਏ ਉਦੋਂ ਗੱਲਬਾਤ ਕਰਕੇ ਹਟੇ ਸੀ ਵੀ ਜਦੋਂ ਤੱਕ ਤਾਂ ਵੀ ਉਹ ਜੀਜਾ ਬਣਿਆ ਰਹਿੰਦਾ ਹੈ ਵੀ ਠੀਕ ਹੈ। ਫੇਰ ਜਦੋਂ ਉਹਦਾ ਸਫ਼ਰ ਜੀਜੇ ਤੋਂ ਫੁੱਫੜ ਵਾਲਾ ਸ਼ੁਰੂ ਹੋ ਜਾਂਦਾ ਵੀ ਮਾਣ ਸਨਮਾਨ ਘਟ ਜਾਂਦਾ, ਤੁਹਾਨੂੰ ਪਤਾ ਹੀ ਹੈ ਨਾ, ਫੇਰ ਕੋਈ ਪੁੱਛਦਾ ਨਹੀਂ ਘਰੇ। ਅੱਛਾ ਕਈਆਂ ਨੂੰ ਹੁੰਦਾ ਵੀ ਜਾ ਕੇ ਸਹੁਰੀ ਵੀ ਆਪਾਂ ਪੂਰੀ ਉੱਥੇ ਵੀ ਇੱਕ ਤਾਂ ਤੰਗ ਕਰਨਾ ਜਾ ਕੇ। ਮੈਂ ਪਹਿਲਾਂ ਵੀ ਇੱਕ ਨੂੰ ਸੁਣਾਇਆ ਸੀ, ਫੇਰ ਆ ਜਾਂਦਾ ਵੀ ਮੇਰਾ ਦੋਸਤ ਹੀ ਸੀ ਉਹ ਵੀ, ਉਹਦਾ ਨਾਮ ਬਹਾਦਰ ਸਿੰਘ। ਮੈਨੂੰ ਕਹਿੰਦਾ ਮੇਰੀ ਸੱਸ ਕਹਿੰਦਾ ਮੇਰੇ ਨਾਲ ਬਹੁਤ ਲੜਦੀ ਹੈ ਹਰਵਿੰਦਰ। ਅੱਛਾ ਮੈਂ ਕਿਹਾ ਯਾਰ ਕਿਸੇ ਗੱਲ ਤੋਂ ਹੀ ਲੜਦੀ ਹੋਊ। ਕਹਿੰਦਾ ਨਾ ਨਾ ਉਹੀ, ਕਹਿੰਦਾ ਬਸ ਉਹਦਾ ਸੁਭਾਅ ਹੀ ਐਂ ਜੇ, ਕਹਿੰਦਾ ਵੀ ਗੁੱਸਾ ਵੀ ਨਹੀਂ ਕਹਿੰਦਾ ਮੈਂ ਉਹਦੀ ਗੱਲ ਦਾ ਕਰਦਾ, ਉਹ ਮੇਰੀ ਗੱਲ ਦਾ ਵੀ ਨਹੀਂ ਕਰਦੀ, ਪਰ ਕਹਿੰਦਾ ਗੁੱਸਾ ਕਰ ਜਾਂਦੀ ਹੈ, ਵੀ ਬੜਬੋਲੀ ਬਹੁਤ ਹੈ। ਅੱਛਾ ਕਹਿੰਦਾ ਮੈਂ ਅੱਜ ਤੈਨੂੰ ਨਮੂਨਾ ਦਿਖਾਉਣਾ। ਅੱਛਾ ਮਲੇਰਕੋਟਲੇ ਕੋਲੇ ਸਹੁਰੇ ਪਿੰਡ ਸੀਗਾ, ਮੈਂ ਨਾਂ ਤਾਂ ਨਹੀਂ ਲੈਂਦਾ, ਉੱਥੇ ਉਹ ਲੈ ਗਿਆ ਮੈਨੂੰ ਨਾਲ, ਹਨਾ। ਅਸੀਂ ਫਲੋਰ ਤੋਂ ਆਉਂਦੇ ਸੀ DAV ਕਾਲਜ ਤੋਂ ਉਦੋਂ। ਅੱਛਾ ਜੀ। ਦੋਨਾਂ ਦੀ ਉੱਥੇ ਜੌਬ ਸੀ ਸਾਡੀ। ਠੀਕ। ਆਉਂਦਾ ਹੋਇਆ ਹੱਥ ਨੇ ਜੇ ਉੱਥੇ ਲੈ ਗਿਆ, ਕਹਿੰਦਾ ਦੇਖੀ ਅੱਜ, ਕਹਿੰਦਾ ਮੇਰੀ ਸੱਸ ਕਹਿੰਦਾ ਮੈਂ ਤੈਨੂੰ ਇਹਦਾ ਅਸਲੀ ਰੂਪ ਦਿਖਾਉਣਾ। ਅਸੀਂ ਰੋਟੀ ਰਾਟੀ ਖਾਣ ਬੈਠੇ ਤੇ 3-4 ਮੰਜਿਆਂ ਦਾ ਥਾਂ ਛੱਡ ਕੇ ਖੁਰਲੀ ਸੀ ਮੱਝ ਦੀ। ਉਹ ਆਪਦੀ ਸੱਸ ਨੂੰ ਕਹਿੰਦਾ ਇੱਥੇ ਹੀ ਖਾਵਾਂਗੇ ਕਹਿੰਦਾ ਰੋਟੀ ਅੱਜ। ਅੱਛਾ। ਤੇ ਉਹ ਕਹਿੰਦੀ ਵੀ ਹਰਵਿੰਦਰ ਨਾਲ ਹੈ, ਵੀ ਅੱਜ ਫਿਰ ਤੂੰ ਪੀਂਦਾ ਪੁੰਦਾ ਤਾਂ ਹੈ ਨਹੀਂ। ਕਹਿੰਦਾ ਨਾ ਅੱਜ ਮੈਂ ਪੀਂਦਾ ਨਹੀਂ, ਕਹਿੰਦਾ ਇਹ ਨਾਲ ਹੈ। ਅੱਛਾ ਜਿੱਦੇ ਮੈਂ ਨਾਲ ਹੁੰਦਾ ਉਹਦੇ ਉਹ ਛੱਡ ਦਿੰਦਾ ਸੀਗਾ ਜੀ, ਉਹਦੇ ਨਹੀਂ ਸੀ ਪੀਂਦਾ ਉਹ। ਅੱਛਾ ਚਾਹੇ ਕਿਤੇ ਵੀ ਹੈ, ਮਤਲਬ ਕਿ ਇਕੱਲੇ ਸਹੁਰਿਆਂ ਦੀ ਗੱਲ ਨਹੀਂ ਸੀ, ਕਿਤੇ ਵੀ ਗਿਆ ਫਿਰ ਉਹਦੇ ਨਹੀਂ ਸੀ ਪੀਂਦਾ। ਤੁਹਾਨੂੰ ਕੰਪਨੀ ਦਿੰਦਾ ਸੀ? ਹਾਂਜੀ ਹਾਂ, ਪੂਰੀ ਦੀ ਪੂਰੀ। ਤੇ ਉਹ ਕਹਿੰਦਾ ਬਸ ਕਹਿੰਦਾ ਰੋਟੀ ਖਾਵਾਂਗੇ ਤੇ ਕਹਿੰਦਾ ਛੇਤੀ ਛੇਤੀ ਕਰੋ ਵੀ ਭੁੱਖ ਲੱਗੀ ਹੈ। ਤੇ ਉਹਦੀ ਸੱਸ ਰੋਟੀਆਂ ਬਣਾਉਣ ਲੱਗੀ, ਘਰੇ ਕੋਈ ਹੋਰ ਹੈ ਨਹੀਂ ਸੀ, ਉਹ ਬਣਾਵੇ ਤੇ ਉਹੀ ਲੈ ਕੇ ਆਵੇ। ਅੱਛਾ। ਤੇ ਕਹਿੰਦੀ ਵੀ ਹਰਵਿੰਦਰ ਤੂੰ ਵੀ ਨਾਲ ਹੀ ਛਕੇਂਗਾ ਰੋਟੀ? ਮੈਂ ਕਿਹਾ ਹਾਂਜੀ ਆਪਾਂ ਵੀ ਇਕੱਠੀ ਛਕ ਲੈਂਦੇ ਆ ਫਿਰ। ਕਹਿੰਦੀ ਇਹਦਾ ਤਾਂ ਪਤਾ ਨਹੀਂ ਹਿਸਾਬ ਕਿਤਾਬ ਕੋਈ ਹੈ ਨਹੀਂ। ਅੱਛਾ। ਕਹਿੰਦੀ ਵੀ ਹੁਣ ਖਾ ਕੇ ਫੇਰ ਘੰਟੇ ਨੂੰ ਕਹਦੇ ਮੈਂ ਤਾਂ ਫੇਰ ਰੋਟੀ ਖਾਣੀ। ਕਹਿੰਦੀ ਇਹ 2-3 ਵਾਰੀ ਖਾਓ। ਮੈਨੂੰ ਉਹਦੀ ਲੱਗਿਆ, ਮੈਂ ਕਿਹਾ ਯਾਰ ਸੱਚੀ ਮਾਮਲਾ ਤਾਂ ਗੜਬੜ ਹੈ। ਵੀ ਜਿਹੜਾ ਐਂ ਕਹਿੰਦਾ ਵੀ ਐਂ ਕੋਈ ਕਿਹਨੂੰ ਕਹਿੰਦਾ ਵੀ ਕਿੰਨੀ ਕੁ ਬੰਦਾ ਰੋਟੀ ਖਾਂਦਾ। ਕਹਿੰਦੀ ਤੂੰ ਚੱਲ ਵੀ ਪਹਿਲੀ ਵਾਰੀ ਇਹਦੇ ਨਾਲ ਹੈ ਵੀ ਹੁਣ ਖਾ ਹੀ ਲੈ, ਇਹ ਤਾਂ ਕਹਿੰਦੀ ਫੇਰ ਖਾਊਗਾ। ਮੈਂ ਕਿਹਾ ਕੋਈ ਗੱਲ ਨਹੀਂ। ਉਹ ਲਿਆਉਣ ਲੱਗੀ ਰੋਟੀ ਜੀ, ਉਹ
ਜਦੋਂ ਤੱਕ ਤਾਂ ਉਹ ਦੇਖਿਆ ਕਰੇ, ਇੱਕ ਬੁਰਕੀ ਤੋੜ ਲਿਆ ਕਰੇ, ਬਾਕੀ ਸਾਰੀ ਮੱਝ ਦੀ ਖੁਰਲੀ 'ਚ। ਅੱਛਾ 10-15 ਰੋਟੀਆਂ ਸਿੱਟਤੀਆਂ ਉਹਨੇ। ਹਾਂ ਅੱਛਾ ਹੁਣ ਮੈਨੂੰ ਤਾਂ ਵੀ ਮੈਂ ਤਾਂ ਬਸ ਕਰਿਆ ਆਪਦੀਆਂ 3-4 ਖਾ ਕੇ, ਹੈ ਨਾ ਜੀ। ਹਾਂ ਹਾਂ ਤੇ ਉਹ ਰੁਕੇ ਨਾ। ਹਾਂ ਉਹ ਕਹਿੰਦਾ ਜੀ, ਕਹਿੰਦਾ ਹਰਖੀ ਨਹੀਂ, ਹਾਂ ਕਹਿੰਦਾ ਹੁਣ ਬਸ, ਕਹਿੰਦਾ ਇਹਦਾ, ਕਹਿੰਦਾ ਉੱਪਰੋਂ ਪਾਣੀ ਨਾ, ਕਹਿੰਦਾ ਡੋਲਣ ਵਾਲਾ ਹੀ ਹੈ। ਇੱਕ ਰੋਟੀ ਹੋਰ ਸਿੱਟੀ। ਉਹ ਆ ਕੇ ਕਹਿੰਦੀ ਕਦੇ ਤੇਰੀ ਮਾਂ ਨੇ ਤੈਨੂੰ ਰੋਟੀ ਖਵਾਈ ਹੈ ਕਿ ਨਹੀਂ, ਕਿ 7 ਜਨਮਾਂ ਦਾ ਭੁੱਖਾ ਹੀ ਤੁਰਿਆ ਫਿਰਦਾ। ਉਹ ਕਹਿੰਦਾ ਭੁੱਖ ਲੱਗੀ ਸੀ, ਆਈਓ ਤਾਂ ਇੱਧਰ ਹੀ ਆ ਕੇ। ਨਹੀਂ, ਕਹਿੰਦਾ ਸਿੱਧਾ ਮੈਂ ਘਰ ਹੀ ਨਾ ਵਗ ਜਾਂਦਾ, ਮੇਰੇ ਇੱਥੇ ਕਹਿੰਦਾ ਕੀ ਕੰਮ ਸੀ ਹੋਰ। ਭੁੱਖ ਲੱਗੀ ਸੀ, ਕਹਿੰਦਾ ਇੱਧਰ ਆ ਕੇ, ਰਾਹ 'ਚ ਪੈਂਦਾ ਸੀ ਪਿੰਡ, ਕੀ ਹਰਜ ਹੋ ਗਿਆ, ਕਹਿੰਦਾ ਜੇ ਰੋਟੀਆਂ ਖਾ ਲਈਆਂ। ਉਹ ਕਹਿੰਦੀ ਮੈਂ ਰੋਟੀ ਨੂੰ ਤਾਂ ਨਹੀਂ ਕਹਿੰਦੀ, ਤੂੰ ਖਾਣੀ ਨਹੀਂ ਹਟਦਾ, ਕਹਿੰਦੀ ਢਿੱਡ ਪਾਟੇਗਾ। ਉਹ ਕਰ ਕੇ ਕਹਿੰਦਾ ਹਰਵਿੰਦਰ ਹਜੇ ਤਾਂ ਕੁਝ ਨਹੀਂ ਹੋਇਆ, ਕਹਿੰਦਾ ਦੇਖੀ ਬੇਲ ਨਾ ਚੱਕ ਲਿਆਉ ਰੋਟੀ ਦੇ ਨਾਲ। ਉਹੀ ਗੱਲ ਹੋਈ ਜੀ, ਉਹਨੇ 2-3 ਹੋਰ ਸਿੱਟੀਆਂ, ਉਹ ਚੱਕ ਲਿਆਂਦਾ ਉਹਨੇ। ਕਹਿੰਦੀ ਤੂੰ ਹਟਦਾ ਨਾ ਪੁੱਥੇ ਦਾ ਕਿ ਨਹੀਂ। ਉਹ ਭੱਜ ਲਿਆ। ਕਹਿੰਦਾ ਹਰਵਿੰਦਰ, ਕਹਿੰਦਾ ਇਹ ਤੋਂ ਬਾਅਦ ਹੋਰ ਪਚਾ ਲਾਉਣ ਵਾਲਾ, ਕਹਿੰਦਾ ਉਹ ਗੱਲਾਂ ਤੇਥੋਂ ਸੁਣੀਆਂ ਨਹੀਂ ਜਾਣੀਆਂ। ਮੈਂ ਉਹਨੂੰ ਸਾਈਡ ਤੇ ਕਿਹਾ, ਮੈਂ ਕਿਹਾ ਯਾਰ ਐਂ ਤਾਂ ਕੋਈ ਵੀ ਹਰਖ ਜੋ ਵੀ 15-20 ਰੋਟੀਆਂ ਤੂੰ ਬਰਬਾਦ ਕਰਤੀਆਂ, ਵੀ ਉਹ ਵਿਚਾਰੀ ਬਣਾਉਂਦੀ ਹੈ ਫੇਰ ਲੈ ਕੇ ਆਉਂਦੀ ਹੈ, ਵੀ ਹਰਖ ਨਹੀਂ ਹੈ ਕੋਈ ਵੀ ਹੋਏ, ਵੀ ਇਹ ਤਾਂ ਤੇਰੀ ਸਕੀ ਮਾਂ ਵੀ ਹਰਖ ਹੋਊਗੀ। ਕਹਿੰਦਾ ਨਹੀਂ, ਮੈਨੂੰ ਇਹਨੂੰ, ਕਹਿੰਦਾ ਇੰਨਾ ਕੁ ਤੜਫਾਉਣ 'ਚ ਨਾ ਮਜ਼ਾ ਆਉਂਦਾ। ਇੰਨਾ ਕੁ ਤਾਂ ਦੇਖੋ ਹੁਣ ਕੋਈ ਵੀ ਅੰਦਾਜ਼ਾ ਲਾ ਸਕਦਾ ਬੰਦਾ ਵੀ ਇੰਨੀਆਂ ਰੋਟੀਆਂ ਥੋੜਾ ਤੁਸੀਂ ਖਾ ਸਕਦੇ ਹੋ। ਬਿਲਕੁਲ ਬਿਲਕੁਲ ਬਿਲਕੁਲ। 4-5 ਤਾਂ ਮੰਨਿਆ ਨਹੀਂ, ਮੈਂ ਸਾਡੇ ਏਰੀਆ 'ਚ ਖਾ ਵੀ ਜਾਂਦੇ ਨੇ ਜੀ ਲੋਕ, ਇਹ ਜੀ ਗੱਲ। ਕਿਹੜੇ ਏਰੀਏ 'ਚ? ਸਾਡੇ ਮਾਨਸਾ ਬੁਲਾਡਾ ਜੀ, ਖਾ ਜਾਂਦੇ ਆ। ਅੱਛਾ ਖਾ ਜਾਂਦੇ ਨੇ। ਆ ਵੇਖ ਲਓ ਜੀ, ਸੁਣਨ ਵਾਲਿਓ, ਮਾਨਸਾ ਬੁਲਾਡਾ ਵਾਲਿਓ, ਹਰਵਿੰਦਰ ਸ਼ਰਮਾ ਜੀ ਇੱਕ ਹੋਰ ਅੱਜ ਤੁਹਾਡੀ ਜਿਹੜੀ ਸੀਕ੍ਰੇਟ ਸਾਨੂੰ ਦੱਸ ਰਹੇ ਹੈ ਜੀ। ਸੋ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕੀਏ ਇੱਥੇ। ਦੋਸਤੋ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਤੇ ਪ੍ਰੋਗਰਾਮ ਰੂਹ ਦੀਆਂ ਗੱਲਾਂ। ਬੜੀਆਂ ਦਿਲਚਸਪ ਗੱਲਾਂ ਬਾਤਾਂ ਹਰਵਿੰਦਰ ਸ਼ਰਮਾ ਜੀ ਨਾਲ ਹੋ ਰਹੀਆਂ ਨੇ। ਸੋ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁਣੇ ਵਾਪਸ ਆਉਣੇ ਆ। ਕਿਤੇ ਨਾ ਜਾਇਓ, ਕਿਉਂਕਿ ਅਸੀਂ ਵੀ ਇੱਥੇ ਹੀ ਰਵਾਂਗੇ ਜੀ। ਤੁਸੀਂ ਸਾਂਝਾ ਟੀਵੀ ਵੇਖ ਰਹੇ ਹੋ ਜੀ। ਸਾਡੀ ਵਾਪਸੀ ਹੈ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਰੂਹ ਦੀਆਂ ਗੱਲਾਂ ਲੈ ਕੇ। ਤੇ ਮੇਰੇ ਨਾਲ ਹਰਵਿੰਦਰ ਸ਼ਰਮਾ ਜੀ ਪ੍ਰੋਗਰਾਮ ਦੇ ਵਿੱਚ ਅੱਜ ਮਹਿਮਾਨ ਨੇ ਤੇ ਬੜੀਆਂ ਰੌਚਕ ਗੱਲਾਂ ਬਾਤਾਂ ਹੋ ਰਹੀਆਂ ਨੇ। ਹਰਵਿੰਦਰ ਜੀ ਆਪਣੇ ਕੋਲੇ ਕਾਲਰ ਨੇ ਜਿਹੜੇ ਜਦੋਂ ਬ੍ਰੇਕ ਚੱਲ ਰਹੀ ਸੀ ਉਦੋਂ ਕਾਫੀ ਆਏ, ਪਰ ਮੈਂ ਉਹਨਾਂ ਨੂੰ ਹੁਣ ਬੇਨਤੀ ਕਰਦੀ ਹਾਂ ਕਿ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਸੋ ਟੈਲੀਫੋਨ ਨੰਬਰ ਹੈ ਜਿਹੜਾ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਿਹਾ ਹੈ। ਹਰਵਿੰਦਰ, ਪਹਿਲਾਂ ਜਿਹੜੀ ਆਪਾਂ ਮਜ਼ਾਕ ਦੀ ਗੱਲ ਕਰਦੇ ਸੀ ਨਾ, ਇੱਕ ਦੂਸਰੇ ਨੂੰ ਹਾਸਾ ਮਖੌਲ ਕਰਨਾ, ਉਹ ਇੱਕ ਜ਼ਿੰਦਗੀ ਦਾ ਅਹਿਮ ਪੱਖ ਸੀ ਜਿਹਨੂੰ ਸਾਰੇ ਹੀ ਮਤਲਬ ਸਹਿਜਤਾ ਦੇ ਨਾਲ ਲੈਂਦੇ ਸੀ। ਬੜਾ ਮਜ਼ਾਕ ਦੇ ਵਿੱਚ ਹਰ ਇੱਕ ਗੱਲ, ਜੀਜੇ ਨੂੰ ਬੜੇ ਮਖੌਲ ਕਰਨੇ। ਫਿਰ ਲੋਕ ਪਤਾ ਨਹੀਂ, ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਸੁਭਾਅ ਦੇ ਵਿੱਚ ਸਾਦਗੀ ਸੀ ਜਾਂ ਕਿਵੇਂ, ਕੀ ਕਿਹਾ ਜਾ ਸਕਦਾ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਦੱਸਦੀ ਹਾਂ। ਮੇਰੇ ਬ੍ਰਦਰ, ਮੇਰੇ ਤਾਜ ਦਾ ਬੇਟਾ, ਉਹਨਾਂ ਦਾ ਜਦੋਂ ਵਿਆਹ ਸੀਗਾ ਤੇ ਲਾਵਾਂ ਵੇਲੇ, ਅਸੀਂ ਤਾਂ ਕਦੇ ਛੋਟੀਆਂ ਸੀ ਉਦੋਂ, ਵੱਡੇ ਤਾਜ ਦਾ ਵੱਡਾ ਬੇਟਾ ਹੈ ਜੀ। ਤੇ ਉਹ ਕਹਿੰਦੇ ਜਦੋਂ ਨਾ ਲਾਵਾਂ ਹੋਣ ਲੱਗੀਆਂ ਤੇ ਉਹ ਜਿੱਧਰ ਨੂੰ ਪਰਿਕਰਮਾ ਕਰਦੇ ਤੁਰਦੇ ਉੱਠ ਕੇ ਤੇ ਉਹ ਦੂਜੇ ਪਾਸੇ ਨੂੰ ਤੁਰ ਪਿਆ ਨਾ, ਉਲਟ ਪਾਸੇ ਹੋ ਗਿਆ, ਉਲਟ ਪਾਸੇ ਨੂੰ ਤੁਰ ਪਿਆ। ਉਹ ਸਾਰਿਆਂ ਨੇ ਰੌਲਾ ਪਾਤਾ ਕਿਤੇ, ਉਹ ਇੱਧਰ ਨੂੰ ਨਹੀਂ ਉਧਰ ਨੂੰ ਹੈ ਨਾ। ਤੇ ਉਹ ਕਹਿੰਦਾ ਉਹ ਰੁਕ ਗਿਆ ਉੱਥੇ ਨਾ, ਕਹਿੰਦਾ ਪਹਿਲੀ ਵਾਰੀ ਆ, ਠੀਕ ਹੈ ਵੀ ਮੈਂ ਕਿਹੜਾ ਰੋਜ਼ ਹੀ ਕਰਾਉਣਾ, ਮੈਂ ਕਿਹੜਾ ਕਿ ਉਹ ਗਿਆਨੀ ਵੀ ਕਹਿੰਦੇ ਲਾਵਾਂ ਕਰਵਾਉਣ ਵਾਲਾ ਵੀ ਹੱਸੀ ਜਾਵੇ ਖੜਖੜਾ ਕੇ, ਸਾਰੇ ਇੰਨਾ ਹਾਸਾ ਪਿਆ। ਜਿਹੜੀ ਹੁਣ ਦੇਖੋ ਤੁਸੀਂ, ਪਹਿਲਾਂ ਸਭ ਕੁਝ ਦੱਸਦੀਆਂ ਨੇ ਕੁੜੀਆਂ, ਹਨਾ, ਤੇ ਫਿਰ ਗਿਆਨੀ ਜੀ ਦੱਸਦੇ ਆ ਵੀ ਇੱਧਰ ਦੀ ਭਾਈ ਉੱਠ ਕੇ ਮੱਥਾ ਟੇਕ ਕੇ ਤੇ ਇੱਧਰ ਦੀ ਤੁਰਨਾ। ਪਰ ਉਹ ਦੇਖੋ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਮੈਂ ਤਾਂ ਕਈ ਵਾਰੀ ਕਹਿੰਦੀ ਹੁੰਦੀ ਆ ਵੀ ਠੀਕ ਹੈ, ਸਾਨੂੰ ਜਾਣ ਬੁੱਝ ਕੇ ਨਹੀਂ ਹੱਸਣਾ ਚਾਹੀਦਾ, ਇਸ ਤਰ੍ਹਾਂ ਠਹਾਕੇ ਨਹੀਂ ਅਸੀਂ ਲਗਾ ਸਕਦੇ, ਪਰ ਜੇ ਕੁਝ ਸਹਿਜ ਸੁਭਾਅ ਹੋ ਜਾਂਦਾ ਤੇ ਉਹਨੂੰ ਲੋਕ ਦੇਖੋ ਕਿੰਨਾ ਆਨੰਦਮਈ ਢੰਗ ਦੇ ਨਾਲ ਢਾਲ ਲੈਂਦੇ ਸੀ। ਬਿਲਕੁਲ ਬਿਲਕੁਲ ਬਿਲਕੁਲ। ਅੱਛਾ, ਆਪਣੇ ਕੋਲ ਕਾਲਰ ਨੇ, ਹਰਵਿੰਦਰ ਲੈ ਲਈਏ ਪਹਿਲਾਂ? ਹਾਂਜੀ ਬਿਲਕੁਲ ਜੀ। ਹੈਲੋ ਜੀ, ਸਾਂਝਾ ਟੀਵੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੈ ਜੀ ਤੁਹਾਡਾ। ਥੈਂਕ ਯੂ, ਮਿਹਰਬਾਨੀ ਤੁਹਾਡੀ। ਸ਼ੁਕਰੀਆ ਜੀ।
ਵੀਰ ਜੀ ਆਏ ਹੋਏ ਹੈ ਜੀ, ਇਹਨਾਂ ਦਾ ਪ੍ਰੋਗਰਾਮ ਤਾਂ ਰੇਡੀਓ ਵਿੱਚ ਵੀ ਬਹੁਤ ਸੋਹਣਾ ਹੁੰਦਾ ਹੈ, ਅਸੀਂ ਸੁਣਦੇ ਹਾਂ ਜੀ ਇਹਨਾਂ ਦਾ ਪ੍ਰੋਗਰਾਮ। ਓਕੇ, ਤੇ ਵੈਸੇ ਮੈਂ ਰੋਟੀ ਬਣਾਉਣ ਲੱਗਦੀ ਸੀ ਜੀ, ਬੱਚਿਆਂ ਨੇ ਟੀਵੀ ਲਾਇਆ ਹੋਇਆ ਸੀ ਤਾਂ ਬੈਠ ਕੇ ਮੈਂ ਵੀ ਦੇਖਣ ਲੱਗੀ ਤੇ ਕੁਦਰਤੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸੀ ਜੀ, ਬਹੁਤ ਵਧੀਆ ਲੱਗਦਾ, ਬਹੁਤ ਸੋਹਣਾ ਪ੍ਰੋਗਰਾਮ ਹੈ। ਥੈਂਕ ਯੂ ਸੋ ਮਚ ਭੈਣ ਜੀ। 15-20 ਮਿੰਟ ਹੀ ਹੈ ਜੀ, ਹੋਰ ਸੁਣ ਲਓ ਪਲੀਜ਼। ਹਾਂਜੀ, ਵੀਰ ਜੀ ਦਾ ਪ੍ਰੋਗਰਾਮ ਤਾਂ ਵੈਸੇ ਬਹੁਤ ਸੋਹਣਾ ਹੁੰਦਾ ਜੀ, ਅਸੀਂ ਰੇਡੀਓ ਵਿੱਚ ਵੀ ਸੁਣਦੇ ਹੁੰਦੇ ਹਾਂ, ਬਹੁਤ ਵਧੀਆ ਪ੍ਰੋਗਰਾਮ ਦਿੰਦੇ ਆ ਜੀ। ਸ਼ੁਕਰੀਆ ਜੀ, ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਰਵਿੰਦਰ, ਹੁਣ ਆਪਾਂ ਪਹਿਲਾਂ ਜੀਜਿਆਂ ਦੀ ਗੱਲ ਕਰੀਏ ਕਿ ਪਹਿਲਾਂ ਪਤਾ ਨਹੀਂ ਮੇਰੇ ਜੀ ਕਰੀ ਜਾਂਦਾ ਵੀ ਅੱਜ ਸਾਨੂੰ ਜਿਹੜੇ ਪਹਿਲਾਂ ਆਪਣੇ ਪਿੰਡਾਂ ਦੇ ਵਿੱਚ ਨਾ ਮਾੜਾ ਮੋਟਾ ਨਸ਼ਾ ਕਰਨ ਵਾਲੇ ਲੋਕ ਹੁੰਦੇ ਸੀ, ਹਾਂਜੀ ਹਾਂਜੀ, ਉਹ ਪਿੰਡ ਦੇ ਵਿੱਚ ਇੱਕ ਦੋ ਹੀ ਹੁੰਦੇ ਸੀ ਹਨਾ, ਜਾਣੇ ਪਹਿਚਾਣੇ ਹੁੰਦੇ ਸੀ। ਬਿਲਕੁਲ ਬਿਲਕੁਲ, ਔਰ ਉਹ ਬੜੀ ਰੌਣਕ ਲਾਉਂਦੇ ਸੀਗੇ, ਉਹਨਾਂ ਦਾ ਇੱਕ ਆਪਣਾ ਹੀ ਸੰਸਾਰ ਹੁੰਦਾ ਸੀ। ਹਾਂਜੀ ਹਾਂਜੀ, ਬਿਲਕੁਲ। ਤੇ ਮੁੰਡੇ ਖੁੰਡੇ ਉਹਨਾਂ ਦੇ ਕੋਲ ਬੈਠਦੇ ਵੀ ਹੁੰਦੇ ਸੀ, ਗੱਲਾਂ ਬਾਤਾਂ ਸੁਣਨ ਵਾਸਤੇ। ਹਾਂ, ਤੇ ਫਿਰ ਉਹ ਗੱਲਾਂ ਗਾਂਹ ਤੋਂ ਗਾਂਹ ਪਾਸ ਹੁੰਦੀਆਂ ਰਹਿਣੀਆਂ, ਉਹਨਾਂ ਦੇ ਚੁਟਕਲੇ ਵੀ ਬੜੇ ਬਣੇ ਜੀ। ਪਿੰਡ ਦੀ ਸਾਰੀ ਗੱਲਬਾਤ ਉਹਨਾਂ ਕੋਲੇ ਹੁੰਦੀ ਸੀ ਜੀ, ਕਿਉਂਕਿ ਜਿਹੜਾ ਕੋਈ ਵਿਹਲਾ ਬੰਦਾ ਬੈਠਾ ਆ ਕੇ ਉਹਨਾਂ ਕੋਲੇ ਗੱਪਸ਼ਪ ਮਾਰਨ ਲੱਗ ਜਾਂਦੇ। 3-4 ਜਣੇ ਬੈਠੇ ਆ ਰਲ ਕੇ, ਅੱਛਾ ਚਾਹ ਚੂ ਦੀ ਪਤੀਲੀ ਉਹਨਾਂ ਦੀ ਉਬਲਦੀ ਰਹਿੰਦੀ ਹੁੰਦੀ ਸੀ ਇਹੋ ਜਿਹੀ ਨਾ, ਵਿੱਚ ਕਿੱਕਰ ਦੇ ਸੱਕ ਪਾ ਲਏ, ਹੋਰ ਪਾ ਲਏ, ਵੀ ਚਾਹ ਪੱਤੀ ਪੁੱਤੀ ਤਾਂ ਹੁੰਦੀ ਨਹੀਂ ਸੀ, ਇਹੋ ਜਿਹੀ ਚਾਹ ਚੂ ਪੀ ਲੈਂਦੇ। ਅੱਛਾ, ਤੇ ਗੱਲਾਂ ਬਾਤਾਂ ਸੁਣਾਉਂਦੇ, ਮਤਲਬ ਕਿ ਇੱਕ ਤੁਰਦਾ ਫਿਰਦਾ ਉਹ ਇੱਕ ਮਨੋਰੰਜਨ ਦਾ ਸਾਧਨ ਵੀ ਹੁੰਦੇ ਸੀ ਨਾਲ ਜੀ, ਜਾਣਕਾਰੀ ਦਾ ਕੇਂਦਰ ਵੀ। ਹਾਂਜੀ ਹਾਂ, ਸਾਰੇ ਪਿੰਡ ਦੀ, ਕਿਉਂਕਿ ਕੰਮਕਾਰ ਤਾਂ ਉਹਨਾਂ ਨੂੰ ਕੋਈ ਕਰਨਾ ਨਹੀਂ ਸੀ ਹੁੰਦਾ, ਸਾਰੇ ਪਿੰਡ ਦੀ ਖਬਰਸਾਰ ਉਹਨਾਂ ਦੇ ਕੋਲੇ ਹੁੰਦੀ ਸੀ। ਏਦਾਂ ਹੀ ਕਹਿੰਦੇ ਵੀ 3-4 ਅਮਲੀ ਸੀਗੇ, ਹੁਣ ਅਮਲੀਆਂ ਦਾ ਕੰਮ ਜਦੋਂ ਕਿਤੇ ਅਮਲ ਮੁੱਕ ਗਿਆ ਵੀ ਘਰ ਦੇ ਭਾਂਡੇ ਭੁੰਡੇ ਵੇਚ ਆਉਂਦੇ, ਵੀ ਚੱਕ ਕੇ ਮਾੜਾ ਮੋਟਾ ਕੋਈ ਬਾਟੀ ਵੇਚ ਆਏ, ਕੋਈ ਪਤੀਲਾ ਵੇਚਤਾ, ਕਦੇ ਕੁਛ, ਕਦੇ ਕੜਛੀ ਵੇਚ ਆਏ, ਥੋੜਾ ਬਹੁਤਾ ਵੀ ਮਿਲ ਜੇ ਐ। ਤੇ ਇੱਕ ਵਾਰੀ ਕੋਈ ਹੋਰ ਪਿੰਡ ਦਾ ਅਮਲੀ ਆ ਗਿਆ ਵੀ ਉਹਨੂੰ ਵੀ ਕਿਤੇ ਲੋੜ ਸੀਗੀ ਹਨਾ, ਅਮਲ ਟੁੱਟਦਾ ਸੀ, ਉਹ ਅਮਲੀਆਂ ਦੇ ਘਰ ਹੀ ਜਾ ਵੜਿਆ। ਅੱਛਾ, ਵੀ ਇੱਥੇ ਭੋਰਾ ਮਿਲ ਜੂ ਮੈਨੂੰ, ਵੀ ਕਿੱਥੇ ਮੈਂ ਭਾਂਡੇ ਭੁੰਡੇ ਚੱਕੂਗਾ, ਪਹਿਲਾਂ ਵੇਚਦਾ ਫਿਰੂ ਹਨਾ, ਉਹਨਾਂ ਦੇ ਘਰ ਹੀ ਆ ਗਿਆ ਉਹ। ਅੱਛਾ, ਉਹ ਕਿਤੇ ਦੇਖਿਆ ਵੀ ਇਹ ਮਾੜੀ ਮੋਟੀ ਕਿਤੇ ਇੱਧਰ ਉੱਧਰ ਜੇ ਬੈਠੇ ਨੇ, ਉਹਨੇ ਆਪਦਾ ਜਿਹੜਾ ਸੀਗਾ ਭੋਰਾ ਉੱਥੇ ਪਿਆ ਕਿਤੇ ਚੱਕ ਚੁੱਕ ਕੇ ਆਪਦੇ ਗੀਜੇ 'ਚ ਪਾ ਲਿਆ। ਅੱਛਾ, ਤੇ ਅਮਲੀਆਂ ਦੇ ਕਿਤੇ ਪਤਾ ਪੁੱਤਾ ਲੱਗ ਗਿਆ, ਉਹਨੇ 4-5 ਜਣੇ ਨੇ ਇਕੱਠਾ ਹੋ ਕੇ ਉਹਨਾਂ ਨੂੰ ਫੜ ਲਿਆ। ਓਕੇ, ਫੜ ਕੇ ਵੀ ਜਿਹੇ ਜਿਹਾ ਹੋ ਗਿਆ ਸੀ, ਮਾਰ ਮੂਰ ਉਹਦੇ 2-4 ਮਾਰੀਆਂ, ਤੇ ਉਹਨੂੰ ਕਹਿੰਦੇ ਵੀ ਰੱਸੀ ਲੈ ਕੇ ਆਓ, ਰੱਸੀ ਲਿਆਂਦੀ, ਤੇ ਉਹਨੂੰ ਲੱਤਾਂ ਫੜੀਆਂ, 2-3 ਜਣੇ ਨੇ ਉਹਦੀਆਂ ਲੱਤਾਂ ਮੰਜੇ ਨਾਲ ਬੰਨਿਆ ਏ। ਬੰਨ ਕੇ ਕਹਿੰਦੇ ਪਿੰਡ ਦੇ ਸਰਪੰਚ ਕੋਲੇ ਜਾਂਦੇ ਵੀ ਅਸੀਂ ਚੋਰ ਫੜ ਲਿਆ, ਵੀ ਇਹੀ ਸਾਰੇ ਪਿੰਡ ਦੀਆਂ ਚੋਰੀਆਂ ਕਰਦਾ ਸੀ। 3-4 ਜਾਣੇ ਵੀ ਉਹਨੂੰ ਮੰਜੇ ਨਾਲ ਲੱਤਾਂ ਬੰਨ ਕੇ ਸਰਪੰਚ ਕੋਲੇ ਚਲੇ ਗਏ। ਕਹਿੰਦੇ ਸਰਪੰਚ ਸਾਹਿਬ ਜਿਹੜਾ ਚੋਰ ਕਹਿੰਦੇ ਆਪਾਂ ਕਹਿੰਦੇ ਸੀ ਵੀ ਫੜਿਆ ਨਹੀਂ ਗਿਆ, ਅੱਜ ਕਹਿੰਦੇ ਅਸੀਂ ਫੜ ਲਿਆ। ਅੱਛਾ, ਉਹ ਕਹਿੰਦੇ ਕਿੱਥੇ ਆ ਚੋਰ? ਕਹਿੰਦੇ ਘਰੇ ਬੰਨ ਕੇ ਆਏ ਆ ਮੰਜੇ ਨਾਲ। ਕਹਿੰਦਾ ਕੀ ਬੰਨ ਕੇ ਆਏ ਹੋ? ਕਹਿੰਦੇ ਲੱਤਾਂ ਬੰਨ ਕੇ ਆਏ ਆ ਉਹਦੀਆਂ। ਕਹਿੰਦਾ ਹੱਥ ਤਾਂ ਕਹਿੰਦੇ ਬੰਨੇ ਨਹੀਂ ਜੀ। ਉਹ ਕਹਿੰਦੇ ਯਾਰ ਉਹ ਫਿਰ ਖੋਲ ਨਹੀਂ ਲਓ। ਉਹ ਅਮਲੀ ਸੋਚਣ ਲੱਗ ਗਏ ਵੀ ਹਾਂ ਵੀ ਇਹ ਤਾਂ ਲੈ ਵੀ ਪਤਾ ਹੀ ਨਹੀਂ ਲੱਗਿਆ ਆਪਾਂ ਨੂੰ ਵੀ ਹੱਥ ਵੀ ਬੰਨਣੇ ਸੀ, ਅਸੀਂ ਕਹਿੰਦੇ ਸੋਚਦੇ ਵੀ ਲੱਤਾਂ ਬੰਨਦੀਆਂ ਠੀਕ ਹੈ। ਉਹ ਫਿਰ ਇੱਕ ਅਮਲੀ ਪੂਰਾ ਅਮਲ 'ਚ ਸੀਗਾ, ਉਹ ਕਹਿੰਦਾ ਸਰਪੰਚ ਸਾਹਿਬ ਤੁਸੀਂ ਭੋਲੇ ਹੋ। ਕਹਿੰਦਾ ਜਦੋਂ ਸਾਡੇ 4-5 ਦੇ ਦਿਮਾਗ 'ਚ ਨਹੀਂ ਇਹ ਗੱਲ ਆਈ ਵੀ ਉਹ ਵੀ ਸਾਡੇ ਨਾਲ ਤਾਂ ਹੀ, ਉਹ ਕਿਵੇਂ ਸੋਚ ਲੂ। ਕਹਿੰਦੇ ਚਲੋ ਉੱਥੇ ਹੀ ਮਿਲੂ। ਹੈਲੋ ਜੀ, ਸਾਂਝਾ ਟੀਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ ਤੇ ਮੈਨੂੰ ਬਹੁਤ ਵਧੀਆ ਲੱਗਦਾ ਪ੍ਰੋਗਰਾਮ ਇਹ ਚੱਲਦਾ ਪਿਆ। ਮਿਹਰਬਾਨੀ ਜੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਸਾਦੀ ਗੱਲਾਂ, ਬਿਲਕੁਲ ਸਿੰਪਲ ਜਿਹੀ ਗੱਲਾਂ, ਇੰਨਾ ਵਧੀਆ ਲੱਗਦਾ ਕਿ ਤੁਸੀਂ, ਮੈਂ ਕਿਹਾ 4 ਘੰਟੇ ਲੱਗੇ ਰਹੋ, ਮੈਂ ਤਾਂ ਬੈਠੇ ਰਹਾਂ। ਹਾਂ, ਉਦੋਂ ਮੈਨੂੰ ਆਪਣੇ ਯਾਦਾਂ, ਸਿਆਣਿਆਂ ਦੀਆਂ, ਬਜ਼ੁਰਗਾਂ ਦੀ ਯਾਦਾਂ ਆਉਂਦੀ, ਛੋਟੇ ਜਦੋਂ ਤੁਸੀਂ ਗੱਲਾਂ ਕਰਦੇ ਨਾ ਅਮਲੀਆਂ ਦੀਆਂ, ਜੀਜੇ ਫੁੱਫੜਾਂ ਦੀਆਂ, ਤੇ ਮੈਨੂੰ ਬਹੁਤ ਸਾਦਗੀ ਵਾਲੀ ਗੱਲਾਂ ਬਹੁਤ ਵਧੀਆ ਲੱਗਦੀਆਂ। ਮੇਰੇ ਕੋਲ ਮੇਰੇ ਰੀਸੈਂਟ ਮੇਰੇ ਫੁੱਫੜ ਜੀ ਪੂਰੇ ਹੋ ਗਏ ਤੇ ਉਹ ਪੂਰੇ ਆਕੜ ਵਾਲੇ ਸੀਗੇ। ਅੱਛਾ, ਹਾਂ, ਪੂਰੇ ਐਨ ਠੋਕ ਕੇ ਰੱਖਦੇ ਸੀ, ਪਰ ਫੋਨ ਮਿਸ ਕਰਦਾ ਉਹਨਾਂ ਨੂੰ ਬਹੁਤ ਮੈਂ। ਤੇ ਹਾਂਜੀ, ਤੇ ਤੁਸੀਂ ਬਹੁਤ ਵਧੀਆ ਲੱਗਿਆ ਮੈਨੂੰ ਆਹ ਸਿੰਪਲ ਜੀ ਗੱਲਾਂ, ਤੇ ਬਹੁਤ ਥੈਂਕ ਯੂ ਸੋ ਮਚ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਧੰਨਵਾਦੀ ਹਾਂ ਜੀ। ਦੇਖੋ ਸਾਦਗੀ ਖਤਮ ਹੋ ਗਈ ਹਰਵਿੰਦਰ, ਹਾਂਜੀ, ਜ਼ਿੰਦਗੀ ਦੇ ਵਿੱਚੋਂ ਤੇ ਸਾਡੀ ਗੱਲਬਾਤ ਦੇ ਵਿੱਚੋਂ। ਹਰ ਇੱਕ ਬੰਦਾ ਫਾਰਮਲ ਹੋਣਾ ਸੋਚਦਾ, ਉਹਨੂੰ ਐ ਲੱਗਦਾ ਵੀ ਮੈਂ ਬਣਾਵਟੀ ਜੀ ਗੱਲ ਕਰੂੰ ਤੇ ਸ਼ਾਇਦ ਲੋਕ ਮੈਨੂੰ ਵੱਧ ਪਸੰਦ ਕਰਨਗੇ। ਬਿਲਕੁਲ ਬਿਲਕੁਲ। ਇਹ ਜਿਵੇਂ ਹੁਣ ਵਿਆਹਾਂ ਸ਼ਾਦੀਆਂ ਦੀ ਪਹਿਲਾਂ ਗੱਲ ਕਰ ਲਓ, ਦੇਖੋ ਉਹਨਾਂ ਦੇ ਵਿੱਚ ਵੀ ਸਾਦਗੀ ਹੁੰਦੀ ਸੀ ਨਾ। ਨਾਨਕਾ ਮਿਲਣੇ ਆਉਣਾ ਤੇ ਦਾਦਕਿਆਂ ਦੇ ਨਾਲ ਜੇ ਸਿੱਠਣੀਆਂ, ਤੇ ਫਿਰ ਉਹ ਤਾਨੇ ਮਿਹਣੇ, ਇੱਕ ਦੂਸਰੇ ਨੂੰ ਗਾਲੀ ਗਲੋਚ, ਬੜਾ ਕੁਝ ਕਹਿ ਦੇਣਾ, ਕਿਸੇ ਨੇ ਕੁਛ ਨਾ ਕਹਿਣਾ। ਕਿੰਨਾ ਉਹਦੇ ਚ ਸਕੂਨ ਸੀ, ਕਿੰਨੀ ਖੁਸ਼ੀ ਸੀ, ਹਨਾ। ਤੇ ਰਾਹ ਜਾਂਦੇ ਨੂੰ ਕਿਸੇ ਨੂੰ ਬਖਸ਼ਣਾ ਨਹੀਂ, ਹਨਾ।
ਕਿਸੇ ਦਾ ਮੰਜਾ ਟੇਢਾ ਕਰਤਾ, ਕਿਸੇ ਦਾ ਕੁਝ, ਬਸ ਉਹ ਸਾਰਾ ਕੁਝ ਵਧੀਆ ਲੱਗਦਾ ਸੀ, ਚੰਗਾ ਲੱਗਦਾ ਸੀ। ਤੇ ਹੁਣ ਤਾਂ ਤਿਆਰ ਬਿਆਰ ਹੀ ਇੰਨਾ ਹੁੰਦੇ ਆ ਲੋਕ, ਮੈਂ ਤਾਂ ਕਈ ਵਾਰੀ ਸੋਚਦੀ ਰਹਿ ਜਾਂਦੀ ਵੀ ਬੰਦਾ ਆਪਣੇ ਵੱਲ ਹੀ ਦੇਖਦਾ ਰਹਿੰਦਾ ਵੀ ਮੈਂ ਠੀਕ ਲੱਗਦਾ, ਬਾਰ-ਬਾਰ ਸ਼ੀਸ਼ਾ ਹੀ ਦੇਖੀ ਜਾਣਾ ਜਾ ਜਾ ਕੇ, ਇੰਨਾ ਕੁਝ ਲਾਇਆ ਪਾਇਆ ਹੁੰਦਾ, ਇੰਨੀ ਆਪਣੇ ਤੇ ਮਿਹਨਤ ਹੁੰਦੀ ਹੈ, ਸੋ ਉਹ ਇੰਜੋਏ ਨਹੀਂ ਕਰਦੇ ਲੋਕ, ਮੈਂ ਇਹ ਮਹਿਸੂਸ ਕਰਦੀ। ਜਿੰਨਾ ਅਸੀਂ ਜ਼ਿਆਦਾ ਪੜ੍ਹ ਲਿਖ ਗਏ, ਅਸੀਂ ਹਰ ਇੱਕ ਚੀਜ਼ ਦੇ ਵਿੱਚ ਸੋਚਦੇ ਹਾਂ ਵੀ ਇੱਕ ਕੋਈ ਵਧੀਆ ਐਟੀਕੇਟ ਹੋਵੇ, ਵੀ ਸਾਡੇ ਉੱਠਣ ਦਾ, ਸਾਡੇ ਬੈਠਣ ਦਾ, ਸਾਡੇ ਪਾਣੀ ਪੀਣ ਦਾ, ਕਿਸੇ ਦੇ ਘਰ ਜਾਣ ਦਾ, ਫਿਰ ਬੱਚਿਆਂ ਨੂੰ ਸਿਖਾ ਕੇ ਲੈ ਕੇ ਜਾਂਦੇ ਆ, ਆਹ ਨਹੀਂ ਖਾਣਾ, ਇਸ ਤਰ੍ਹਾਂ ਬੈਠਣਾ ਹੈ। ਜਿੰਨੇ ਅਸੀਂ ਬੰਧਨਾਂ ਦੇ ਵਿੱਚ ਵੱਜ ਗਏ ਹਨਾ ਜੀ, ਉਨੀ ਅਸੀਂ ਆਪਦੀਆਂ ਮਾਨਸਿਕ ਤਣਾਅ ਜਿਹੜਾ ਵਧਾ ਲਿਆ, ਕੁਦਰਤੀ ਹੈ ਹਨਾ ਜੀ। ਬਿਲਕੁਲ ਸਹੀ। ਹੁਣ ਅਸੀਂ ਹਰ ਵੇਲੇ ਕਿਸੇ ਨਾ ਕਿਸੇ ਪ੍ਰਕਾਰ ਦੀ, ਕੋਈ ਕਿਸੇ ਨੇ ਸਾਨੂੰ ਟੈਨਸ਼ਨ ਦੇਤੀ ਵੀ ਉਹ ਗੱਡੀ ਉਹਨੇ ਮੈਨੂੰ ਰਾਹ ਨਹੀਂ ਸੀ ਦਿੱਤਾ, ਸਾਡੇ ਲਈ ਸਰਦਰਦੀ ਬਣ ਗਈ, ਰਾਈਟ। ਉਹ ਮੇਰੇ ਤੋਂ ਅੱਗੇ ਜਾਣ ਦਾ ਯਤਨ ਕਰਦਾ ਸੀ, ਮੇਰੇ ਲਈ ਸਰਦਰਦੀ ਬਣ ਗਈ। ਮੇਰੇ ਨਾਲ ਕਿਸੇ ਨੇ ਨਵਾਂ ਘਰ ਢਾਹ ਕੇ ਨਵਾਂ ਬਣਾ ਲਿਆ, ਮੇਰੇ ਲਈ ਸਰਦਰਦੀ ਬਣ ਗਈ, ਵੀ ਇਹਨੇ ਮੈਨੂੰ ਨੀਵਾਂ ਕਰਤਾ ਹਨ। ਹੁਣ ਜਦੋਂ ਤੱਕ ਅਸੀਂ ਇਹ ਸਾਰੇ ਝੰਜਟ ਚੋਂ ਨਿਕਲਦੇ ਨਹੀਂ, ਹਾਲਾਂਕਿ ਔਖਾ ਹੈ ਕਿਉਂਕਿ ਹੁਣ ਅਸੀਂ ਅੱਗੇ ਬਹੁਤ ਵੱਧ ਗਏ ਇਹਨਾਂ ਚੱਕਰਾਂ ਦੇ ਵਿੱਚ ਹਨਾ, ਪਿਛਾਂਹ ਮੁੜਨਾ ਬਹੁਤ ਔਖਾ ਹੈ। ਜਦੋਂ ਤੱਕ ਇਹ ਚੱਕਰ ਸਾਡੇ ਮਨ ਦੇ ਵਿੱਚ ਨੇ, ਅਸੀਂ 2-4 ਕਿਤਾਬਾਂ ਪੜ੍ਹ ਲੀਆਂ, ਵੀ ਉਹਦੇ ਵਿੱਚੋਂ ਗੱਲਾਂ ਦੇਖ ਲੀਆਂ, ਬਹੁਤ ਸਿਆਣੇ ਹੋ ਗਏ। ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਕਵਿਤਾ ਲਿਖੀ ਸੀ, ਮੈਂ ਤੁਹਾਡੇ ਨਾਲ ਬਾਅਦ ਦੇ ਵਿੱਚ ਸਾਂਝੀ ਕਰੂੰਗਾ, ਵੀ ਅਸੀਂ ਇੰਨੇ ਕੁ ਸਿਆਣੇ ਹੋ ਗਏ ਵੀ ਅਸੀਂ ਬਹੁਤ ਸਾਰੀਆਂ ਬਲਾਵਾਂ ਆਪਦੇ ਸਿਰ ਤੇ ਬੰਨ ਲਈਆਂ। ਜੀ ਜੀ ਬਿਲਕੁਲ। ਹੁਣ ਅਸੀਂ ਉਹ ਚੋਂ ਨਿਕਲਣਾ ਚਾਹੁੰਦੇ ਹਾਂ, ਫਿਰ ਅਸੀਂ ਕਹਿੰਦੇ ਵੀ ਸਾਨੂੰ ਕੋਈ ਹਾਸੀ ਖੇਡ ਵਾਲੀ ਚੀਜ਼ ਮਿਲੇ। ਅਸੀਂ ਮਿੰਟ 2 ਮਿੰਟ, ਚਲੋ 10 ਮਿੰਟ ਕੋਈ ਫੇਸਬੁੱਕ ਤੇ ਜਾਂ WhatsApp ਤੇ ਕਿਸੇ ਨੇ ਕੋਈ ਜੋਕ ਭੇਜਤਾ, ਚੁਟਕਲਾ ਭੇਜਤਾ, ਅਸੀਂ ਪੜ੍ਹ ਲਏ, ਹੱਸ ਲਏ, ਪਰ ਉਹ ਹਾਸੀ ਸਾਡੀ ਥੋੜੀ ਜੀ ਹੈ। ਹਾਂ ਬਿਲਕੁਲ ਬਿਲਕੁਲ, ਵੀ ਉਹ ਗਾਇਬ ਹੋ ਜਾਂਦੀ ਹੈ ਉਹਦੀ ਹਨਾ। ਉਹ ਅਸੀਂ ਕਿਸੇ ਨੂੰ ਪੜ੍ਹਦੇ ਘੱਟ ਆ, ਫਾਰਵਰਡ ਕਰਨ ਦੇ ਵਿੱਚ ਛੇਤੀ ਯਕੀਨ ਕਰਦੇ ਵੀ ਇਹਨੂੰ ਅੱਗੇ ਭੇਜੀਏ, ਵਧੀਆ ਚੀਜ਼ ਹੈ। ਬਿਲਕੁਲ ਸਹੀ। ਕਿੰਨਾ ਵਧੀਆ ਹੋਵੇ, ਥੋੜਾ ਜਿਹਾ ਅਮਲ ਵੀ ਕਰ ਲਈਏ, ਅਸੀਂ ਗੁੱਸਾ ਕਰਨਾ ਲੋਕਾਂ ਦਾ ਹਟ ਜਾਈਏ। ਮੈਂ ਇੱਕ ਆਰਟੀਕਲ ਪੜ੍ਹ ਰਹੀ ਸੀ ਨਰਿੰਦਰ ਸਿੰਘ ਕਪੂਰ ਹੋਰਾਂ ਦਾ। ਹਾਂਜੀ ਹਾਂਜੀ। ਉਹ ਕਹਿੰਦੇ ਅੱਜ ਕੱਲ ਲੋਕ ਜਿਵੇਂ ਠਹਾਕੇ ਲਾ ਕੇ ਹੱਸਣਾ ਹੁੰਦਾ ਸੀ ਨਾ, ਵੀ ਹੱਥ ਤੇ ਹੱਥ ਮਾਰ ਕੇ ਜ਼ੋਰ ਦੀ ਹੱਸਣਾ, ਜਿਹੜਾ ਉਹ ਸਭ ਕੁਝ ਭੁੱਲ ਗਏ ਆ। ਕਹਿੰਦੇ ਕਿਉਂਕਿ ਅੱਜ ਦੇ ਮਨੁੱਖ ਨੇ ਇਹ ਸਮਝਣਾ ਸ਼ੁਰੂ ਕਰਤਾ ਵੀ ਇਹ ਖੋਖਲੇਪਨ ਦੀ ਨਿਸ਼ਾਨੀ ਹੈ। ਹੈਨਾ, ਬਿਲਕੁਲ। ਇਹ ਤੁਸੀਂ ਪੜ੍ਹੇ ਲਿਖੇ ਨਹੀਂ ਲੱਗਦੇ, ਇਹ ਐਂ ਲੱਗਦਾ ਵੀ ਤੁਸੀਂ ਸੱਭਿਅਕ ਨਹੀਂ ਹੈਗੇ, ਐਂ ਲੱਗਦਾ ਵੀ ਤੁਹਾਨੂੰ ਮੈਨਰਸ ਨਹੀਂ ਹੈਗੇ, ਹੈਨਾ। ਇਹ ਸਾਰੀਆਂ ਗੱਲਾਂ ਦੇ ਵਿੱਚ ਫਸ ਕੇ ਬੰਦਾ ਖੁੱਲ ਕੇ ਹੱਸਣਾ ਹੀ ਭੁੱਲ ਗਿਆ। ਸਹੀ ਹੈ। ਤੇ ਮੈਂ ਕਈ ਵਾਰੀ ਸੋਚਦੀ ਹੁੰਦੀ ਆ ਵੀ ਘਰ ਦੇ ਆਪਣੇ ਟੇਬਲ ਤੇ ਬੈਠਾ ਵੀ ਜੇ ਬੱਚਾ ਕੁਝ ਖਾ ਰਿਹਾ ਨਾ, ਜੇ ਉਹ ਮੂੰਹ ਦੀ ਆਵਾਜ਼ ਉਹਦੀ ਆ ਰਹੀ ਹੈ ਕੁਝ ਖਾਣ ਦੀ, ਜਿਵੇਂ ਆਪਾਂ ਪਚਾਕੇ ਮਾਰ ਕੇ ਕਹਿੰਦੇ ਸੀ ਨਾ, ਪਚਾਕੇ ਮਾਰ ਕੇ ਖਾਣਾ, ਜਾਂ ਫਿਰ ਚਾਹ ਪੀਣੀ ਆ ਤੇ ਉਹ ਸੜੂਕਾ ਜਿਹਾ ਮਾਰ ਕੇ ਚਾਹ ਪੀਣੀ ਹੈ ਨਾ, ਬਿਲਕੁਲ। ਤੇ ਉਹ ਹੁਣ ਮਾਂ ਬੱਚੇ ਨੂੰ ਕਹਿੰਦੀ ਵੀ ਆਹ ਕੀ ਕਰਦਾ, ਹੈਨਾ, ਮਾਂ ਰੋਕਦੀ ਹੈ। ਹਾਲਾਂਕਿ ਉਹ ਆਪਣੇ ਘਰ ਦੇ ਵਿੱਚ ਤੁਸੀਂ ਬੈਠੇ ਹੋ ਤਾਂ ਜਿਵੇਂ ਮਰਜ਼ੀ ਇੰਜੋਏ ਕਰੋ। ਪਹਿਲਾਂ ਦੇਖੋ ਵੀ ਬੱਚੇ ਹੱਥਾਂ ਦੇ ਨਾਲ ਖਾਈ ਪੀ ਜਾਂਦੇ ਸੀ, ਵੀ ਹੱਥ ਲਵੇੜ ਲਿਆ, ਮੂੰਹ ਲਵੇੜ ਲਿਆ। ਉਹ ਪੰਜਾਬੀ ਵੀ ਖਤਮ ਹੋ ਜਾਣੀ ਹਰਵਿੰਦਰ। ਬਿਲਕੁਲ ਜੀ। ਉਹ ਸੜੂਕਾ ਕਿੱਥੋਂ ਪਤਾ ਲੱਗਣਾ, ਨਹੀਂ ਪਤਾ। ਬਹੁਤ ਸ਼ਬਦ ਨੇ ਜੀ ਸਾਨੂੰ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਹੁਣ ਵੀ ਕੀ ਸ਼ਬਦ ਨੇ। ਅੱਜ ਵੀ ਨਹੀਂ ਕਈਆਂ ਨੂੰ ਪਤਾ ਲੱਗਣੇ। ਸਹੀ ਗੱਲ ਹੈ ਜੀ। ਪਰ ਮੈਂ ਕਹਿੰਦੀ ਵਰਤੋ ਇਹਨਾਂ ਲਫ਼ਜ਼ਾਂ ਨੂੰ। ਪਹਿਲਾਂ ਜਿਹੜੀ ਗੱਲਬਾਤ ਸੀਗੀ ਨਾ ਲੋਕਾਂ ਦੀ ਭਾਵਨਾ ਦੀ, ਭਾਵਨਾ ਨੂੰ ਹੁਣ ਸਮਝਣ ਦਾ ਕੋਈ ਯਤਨ ਕਰਦਾ ਨਹੀਂ। ਭਾਵਨਾ ਤੇ ਆ ਗਏ ਉਹਨੂੰ। ਸਹੀ ਹੈ ਜੀ ਗੱਲ, ਉਹ ਔਖਾ ਹੈ ਇਹ ਸ਼ਬਦ ਦਾ ਜਾਣਾ ਜੀ। ਦੇਖੋ ਅਸੀਂ ਵੀ ਜਿੰਨੇ ਮਰਜ਼ੀ ਪੜ੍ਹ ਲਿਖ ਜਾਈਏ, ਅਸੀਂ ਭਾਸ਼ਾਵਾਂ ਦਾ ਅਨੁਵਾਦ ਕਰ ਲੈਂਦੇ ਆ ਜੀ, ਪਰ ਭਾਵਨਾਵਾਂ ਦਾ ਅਨੁਵਾਦ ਨਹੀਂ ਹੁੰਦਾ। ਹੁਣ ਅਸੀਂ ਭਾਵਨਾਵਾਂ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਅਸੀਂ ਗਲਤੀ ਕਰਦੇ ਹਾਂ ਜੀ। ਹੁਣ ਦੇਖੋ ਸਾਰੇ ਵਰਡ ਦੇ ਵਿੱਚ ਵੀ ਗੁਰੂ ਸ਼ਬਦ ਸੀਗਾ ਸਾਡੇ ਕੋਲੇ, ਹਿੰਦੁਸਤਾਨੀਆਂ ਦੇ ਕੋਲੇ। ਉਹਨਾਂ ਨੂੰ ਗੁਰੂ ਸ਼ਬਦ ਦਾ ਕੋਈ ਹੋਰ ਇੰਨਾ ਵਧੀਆ ਕੋਈ ਹੋਰ ਭਾਸ਼ਾ ਦੇ ਵਿੱਚ ਅਨੁਵਾਦ ਇੰਨਾ ਹੋਇਆ ਹੀ ਨਹੀਂ। ਹਾਰ ਕੇ ਉਹਨਾਂ ਨੇ ਗੁਰੂ ਅਡਾਪਟ ਕਰ ਲਿਆ, ਗ੍ਰਹਿਣ ਕਰ ਲਿਆ। ਹੁਣ ਦੇਖਦੇ ਆਪਾਂ ਵੀ ਬਹੁਤੇ ਅੰਗਰੇਜ਼ੀ 'ਚ ਵੀ ਉਹ ਗੁਰੂ ਲਿਖ ਦਿੰਦੇ ਨੇ, ਕਿਉਂਕਿ ਇਸ ਸ਼ਬਦ ਦਾ ਹੈ ਨਹੀਂ। ਹੁਣ ਇਹ ਭਾਵਨਾ ਦੇ ਨਾਲ ਜੁੜਿਆ ਹੋਇਆ। ਹੁਣ ਏਦਾਂ ਜਿਹੜੀਆਂ ਸਾਡੀਆਂ ਹਾਸੀ ਖੇਡ ਦੀਆਂ ਗੱਲਾਂ ਬਾਤਾਂ ਸੀਗੀਆਂ, ਉਹ ਸਾਡੀ ਆਪਣੀ ਜਿਹੜੀ ਨਿੱਜੀ ਸ਼ਖਸੀਅਤ ਨੂੰ ਪੇਸ਼ ਕਰਦੀਆਂ ਸੀ। ਵੀ ਜਿਵੇਂ ਅਸੀਂ ਮੰਨਦੇ ਸੀ ਵੀ ਇਹ ਬੰਦਾ ਇਹ ਯਾਰ ਹਾਸੇ ਬਿਨਾਂ ਕਿਸੇ ਨਾਲ ਗੱਲ ਨਹੀਂ ਕਰਦਾ, ਅੱਛਾ ਉਹਦੀ ਗੱਲ ਦਾ ਕੋਈ ਬੰਦਾ ਗੁੱਸਾ ਨਹੀਂ ਸੀ ਕਰਦਾ। ਹੁਣ ਮੈਨੂੰ ਤੁਹਾਡੀ ਸ਼ਖਸੀਅਤ ਦਾ ਪਤਾ ਨਹੀਂ, ਜਾਂ ਮੰਨ ਲਓ ਕਿਸੇ ਦੀ ਹੋਰ ਪਤਾ ਨਹੀਂ, ਮੈਨੂੰ ਉਹ ਕੀ ਕਹਿ ਕੇ ਬੁਲਾਵੇ, ਉਹ ਤਾਂ ਹੋ ਸਕਦਾ ਉਹਦਾ ਹੱਸਣ ਖੇਡਣ ਦਾ ਮਜ਼ਾਕ ਹੈ, ਮੈਨੂੰ ਓਏ ਕਹਿ ਕੇ ਬੁਲਾ ਸਕਦਾ ਹੈ, ਕੋਈ ਕੁਛ ਵੀ ਕਹਿ ਕੇ ਬੁਲਾ ਸਕਦਾ ਹੈ ਨਾ। ਹੁਣ ਜੇ ਮੈਂ ਕਹੂੰ ਵੀ ਤੂੰ ਮੈਨੂੰ ਓਏ ਕਹਿਣ ਵਾਲਾ ਕੌਣ ਆ, ਉਹਦੀ ਤਾਂ ਭਾਵਨਾ ਨੇ ਉਸ ਮੁਤਾਬਕ ਕੰਮ ਕਰਤਾ, ਜੋ ਉਹਦੇ ਅੰਦਰ ਸੀ ਉਹਨੇ ਬਾਹਰ ਉਵੇਂ ਹੀ ਬੋਲਤਾ ਹੈ ਨਾ। ਹੁਣ ਪਹਿਲਾਂ ਲੋਕ ਐ ਜਾਣਦੇ ਸੀ ਇੱਕ ਦੂਸਰੇ ਨੂੰ, ਉਹਦੀ
ਚੰਗੀ ਤਰ੍ਹਾਂ ਸ਼ਖਸੀਅਤ ਬਾਰੇ ਜਾਣਦੇ ਸੀ ਵੀ ਇਹ ਤਾਂ ਇਹ ਕਹਿ ਕੇ ਬੁਲਾਉਣਾ ਇਹਨੇ, ਚਾਹੇ ਕੋਈ ਵੱਡਾ ਹੈ ਚਾਹੇ ਕੋਈ ਛੋਟਾ, ਵੀ ਇਹਦੇ ਇਹੀ ਕਹਿਣਾ ਹੈ, ਕੋਈ ਗੁੱਸਾ ਨਹੀਂ ਸੀ ਕਰਦਾ। ਜੀ ਜੀ। ਹੁਣ ਅਸੀਂ ਮਾੜੀ ਮਾੜੀ ਗੱਲ ਤੇ ਗੁੱਸਾ ਕਰ ਜੰਨੇ ਵੀ ਇਹਨੇ ਆਏ ਕਿਉਂ ਕਹਿਤਾ, ਇਹਨੇ ਆਏ ਕਿਉਂ ਕਿਹਾ। ਗੁੱਸੇ ਕਰਨ ਵਾਲੀ ਜਿਹੜੀ ਗੱਲ ਹੈ ਨਾ, ਕਈ ਵਾਰੀ ਕੋਈ ਸਮਾਗਮ ਹੋ ਰਿਹਾ ਹੁੰਦਾ, ਕੋਈ ਮਾਹੌਲ ਇਦਾਂ ਦਾ ਹੁੰਦਾ, ਉੱਥੇ ਕੋਈ ਵੀ ਬੰਦਾ ਕਿਸੇ ਨੂੰ ਵੀ ਮਖੌਲ ਕਰ ਜਾਂਦਾ, ਬਿਲਕੁਲ ਬਿਲਕੁਲ, ਕੋਈ ਕੁਝ ਨਾ ਕਹਿੰਦਾ। ਹਾਂਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣੀ ਹੈ। ਸਾਡੇ ਪਿੰਡ, ਮੇਰੇ ਪੇਕੇ ਪਿੰਡ ਨਾ ਸਰੀ, ਅੱਛਾ ਅੱਛਾ, ਤਹਿਸੀਲ ਨਕੋਦਰ ਤੇ ਜ਼ਿਲ੍ਹਾ ਜਲੰਧਰ ਹੈ ਜੀ। ਠੀਕ ਹੈ ਜੀ। ਸਾਡੇ ਪਿੰਡ ਦੇ ਨਾਲ ਹੀ ਪਿੰਡ ਇੱਕ ਹੋਰ ਵੱਡਾ ਪਿੰਡ ਹੈ, ਉਹ ਵੀ ਸ਼ੰਕਰ। ਤੇ ਸ਼ੰਕਰ ਦਾ ਇੱਕ ਜਥਾ ਹੁੰਦਾ ਸੀ, ਕੀਰਤਨ ਕਰਦੇ ਹੁੰਦੇ ਸੀ, ਉਹ ਭਰਾ ਹੀ ਹੁੰਦੇ ਸੀ, ਤਿੰਨ ਭਰਾ ਸੀਗੇ। ਤੇ ਉਹ ਸਾਡੇ ਪਿੰਡ 'ਚ ਨਾ ਕਿਸੇ ਵੀ ਕੁੜੀ ਦਾ ਵਿਆਹ ਹੁੰਦਾ ਤੇ ਲਾਵਾਂ ਵੇਲੇ ਉਹੀ ਆਉਂਦੇ। ਅੱਛਾ ਅੱਛਾ, ਕੀਰਤਨ ਕਰਨ ਪੱਕੇ ਹੀ ਸੀਗੇ ਉਹ, ਪੱਕੇ ਹੀ ਸੀ, ਉਹੀ ਆਉਂਦੇ ਸੀ, ਸਕੂਟਰ ਤੇ ਆਉਂਦੇ ਉਹ, ਤੇ ਕੀਰਤਨ ਬੜਾ ਸੋਹਣਾ ਕਰਦੇ। 2-3 ਉਹਨਾਂ ਕੋਲੇ ਗੀਤ ਸੀਗੇ ਜਿਹੜੇ ਵਿਆਹ ਵੇਲੇ ਉਹ ਲਾਵਾਂ ਵੇਲੇ ਪੜ੍ਹਦੇ, ਤੇ ਲੋਕ ਮਤਲਬ ਰੋਂਦੇ ਵੀ, ਤੇ ਹਾਂ, ਤੇ ਬੜਾ ਸੋਹਣਾ ਮਾਹੌਲ ਜਿਹਾ ਉਹ ਕ੍ਰੀਏਟ ਕਰ ਦਿੰਦੇ। ਤੇ ਸਾਡੇ ਗਲੀ 'ਚ ਇੱਕ ਕੁੜੀ ਸੀ, ਹਰਵਿੰਦਰ ਸ਼ਰਮਾ ਜੀ, ਉਹ ਨਾ ਉਹ ਜਕਦੀ ਨਹੀਂ ਸੀ ਕਿਸੇ ਤੋਂ, ਜਿਹੜੀ ਗੱਲ ਉਹਨੇ ਕਹਿਣੀ ਉਹਨੇ ਕਹਿ ਹੀ ਦੇਣੀ ਆ ਬਸ। ਅੱਛਾ ਅੱਛਾ ਅੱਛਾ। ਤੇ ਸਾਡੀ ਨਾ ਗਲੀ 'ਚ ਕੁੜੀਆਂ ਵੀ ਕਾਫੀ ਸੀਗੀਆਂ ਅਸੀਂ, ਹਾਂਜੀ ਹਾਂਜੀ, ਤੇ 5 ਭੈਣਾਂ ਤਾਂ ਅਸੀਂ ਹੋਈ ਸੀ ਹਾਂਜੀ, ਤੇ ਬਾਕੀ ਹੋਰ ਵੀ 2-2 3-3 ਹਰ ਘਰ 'ਚ ਕੁੜੀਆਂ। ਹਾਂਜੀ। ਤੇ ਉਹ ਸਾਡੇ ਗਲੀ ਦੇ ਵਿੱਚ 3-4 ਵਿਆਹ ਇਕੱਠੇ ਹੀ ਹੋ ਗਏ ਕੁਦਰਤੀ। ਅੱਛਾ ਜੀ। ਤੇ ਉਹ ਇੱਕ ਹੋਰ ਵਿਆਹ ਵਾਲੇ ਦਿਨ ਤੇ ਉਹ ਜਥਾ ਜਿਹੜਾ ਸੀ ਨਾ, ਉਹ ਆ ਗਿਆ ਸਕੂਟਰ ਤੇ। ਕੁੜੀਆਂ ਹੁਣ ਕੋਠੇ ਤੇ ਬੈਠੀਆਂ ਸਾਰੀਆਂ ਹੀ। ਅੱਛਾ ਜੀ। ਤੇ ਉਹ ਕਿੱਥੇ ਰਵੇ ਹੁਣ, ਜਿਹੜੀ ਕੁੜੀ ਦੀ ਮੈਂ ਗੱਲ ਕਰਦੀ ਆ। ਹਾਂਜੀ ਹਾਂਜੀ। ਤੇ ਉਹ ਕਹਿੰਦੀ ਨਾ, ਹੇਠਾਂ ਨੂੰ ਦੇਖ ਕੇ, ਉਹਨਾਂ ਵੱਲ ਵੇਖ ਕੇ ਜਦੋਂ ਆਏ, ਕਹਿੰਦੀ ਇਹਨਾਂ ਨੇ ਲੱਗਦਾ ਸਰੀਂਜ ਕੋਈ ਕੁੜੀ ਛੱਡਣੀ ਨਹੀਂ। ਅੱਛਾ, ਠੀਕ ਹੈ। ਉਹ ਵਿਚਾਰੇ ਬੜੇ ਸਿਆਣੇ, ਬੜੇ ਸਮਝਦਾਰ ਮੁੰਡੇ, ਪੱਗਾਂ ਬੰਨੀ ਹੋਈਆਂ, ਉੱਪਰ ਨੂੰ ਦੇਖ ਕੇ ਕਹਿੰਦੇ, ਭੈਣੇ ਸਾਨੂੰ ਕੁਝ ਕਿਹਾ। ਉਹ ਕਿਸ ਕੀ ਹੋਣੀਆਂ, ਉਹ ਪਿੱਛੇ ਹੋ ਗਈ ਬੋਲ ਕੇ, ਬਾਕੀ ਅਸੀਂ ਸਾਰੀਆਂ ਬੈਠੀਆਂ, ਉਹ ਪਿੱਛੇ ਹੋ ਗਈ ਕਹਿ ਕੇ ਇੰਨਾ। ਸੋ ਉਹਨਾਂ ਨੇ ਕਿਸੇ ਕੋਲੇ ਸ਼ਿਕਾਇਤ ਨਹੀਂ ਕੀਤੀ ਆ ਕੇ, ਘਰ ਦੇ ਨਾ ਬਜ਼ੁਰਗਾਂ ਕੋਲੇ ਨਾ ਵੱਡਿਆਂ ਕੋਲੇ, ਵੀ ਤੁਹਾਡੀਆਂ ਕੁੜੀਆਂ ਉੱਤੇ ਕੋਠੇ ਤੇ ਬੈਠੀਆਂ ਸੀ ਤੇ ਉਹਨਾਂ ਨੇ ਸਾਨੂੰ ਐ ਕਿਹਾ, ਅਸੀਂ ਤਾਂ ਤੁਹਾਡੇ ਸੱਦੇ ਹੋਏ ਆਏ ਆ। ਬਿਲਕੁਲ 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 ਨਹੀਂ, ਉਹਨਾਂ ਨੇ ਵੀ, ਉਹਨੇ ਹਾਸੀ ਚ ਕਹਿਤੀ, ਉਹਨਾਂ ਨੇ ਹਾਸੀ ਮੰਨ ਲਈ, ਬਸ ਇਦਾਂ ਦਾ ਮਾਹੌਲ ਹੁੰਦਾ ਸੀ, ਬੜਾ ਸੋਹਣਾ। ਸਾਡੇ ਵੀ, ਮੈਨੂੰ ਤੁਹਾਡੀ ਗੱਲ ਤੋਂ ਯਾਦ ਆ ਗਈ, ਸਾਡੇ ਪਿੰਡ ਦੇ ਵਿੱਚ ਨਗਰ ਕੀਰਤਨ ਨਿਕਲਦਾ, ਭਾਈ ਵੈਲੋ ਦੀ ਯਾਦ ਚ ਆਪਾਂ ਪਿਛਲੇ ਵਾਰੀ ਗੱਲਬਾਤ ਕੀਤੀ ਸੀ। ਸਾਲਾਨਾ ਜੋੜ ਮੇਲਾ ਲੱਗਦਾ, 3 ਦਿਨ ਲੱਗਦਾ। ਅੱਛਾ ਜੀ। ਅੱਛਾ, ਚੌਥਾ ਦਿਨ ਜਦੋਂ ਹੋ ਜਾਂਦਾ, ਫਿਰ ਪੰਚਾਇਤ ਵੱਲੋਂ ਸੀ ਵੀ ਦੁਕਾਨਾਂ ਚੁੱਕ ਕੇ ਲੈ ਜਾਓ, ਵੀ ਜਿਹੜੇ ਵੀ ਉੱਥੇ ਦੁਕਾਨਾਂ ਲਾਉਂਦੇ ਸੀ ਮੇਲੇ ਦੇ ਵੇਲੇ, ਵੀ ਨਹੀਂ ਜੇ ਕੋਈ ਲੁੱਟਮਾਰ ਹੋ ਗਈ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਅੱਛਾ, ਕਈ ਐ ਹੁੰਦਾ ਸੀ ਵੀ 3 ਦਿਨ ਚੱਲ ਗਿਆ ਮੇਲਾ, ਵੀ ਬਹੁਤ ਹੈ, ਵੀ ਫਿਰ ਲੋਕ ਕੰਮਕਾਜ ਤੇ ਨਹੀਂ ਸੀ ਜਾਂਦੇ, ਰਿਸ਼ਤੇਦਾਰ ਨਹੀਂ ਸੀ ਜਾਂਦੇ, ਵੀ ਗੇੜੇ ਦੇਈ ਜਾਂਦੇ ਸੀ, ਪੰਚਾਇਤ ਵੱਲੋਂ ਹੀ ਸੀ ਵੀ ਕੋਈ ਲੁੱਟਮਾਰ ਹੋ ਗਈ ਤਾਂ ਕੋਈ ਜ਼ਿੰਮੇਵਾਰੀ ਨਹੀਂ ਇਹਦੀ ਕਿਸੇ ਦੀ। ਜਦੋਂ ਚੌਥੇ ਦਿਨ ਉਹ ਰਹਿ ਜਾਂਦੇ ਸੀ, ਫਿਰ ਲੋਕ ਉਹਨਾਂ ਨੂੰ ਵੀ ਚੀਜ਼ਾਂ ਚੁੱਕਣ ਵੀ ਪੈ ਜਾਂਦੇ ਸੀ। ਅੱਛਾ, ਇੱਕ ਕਦੇ ਕਿਸੇ ਨੇ ਵੀ ਕਿਸੇ ਦੁਕਾਨਦਾਰ ਦਾ ਕਿਤੇ ਗੱਲਾਂ ਹੀ ਚੱਕ ਲਿਆ। ਅੱਛਾ, ਵੀ ਦੁਕਾਨ ਲੱਗੀ ਹੋਈ ਸੀ, ਕਈਆਂ ਨੇ ਚੱਕੇ, ਮਤਲਬ ਕਿ ਵੀ ਕਿਸੇ ਬਹੁਤ ਨੇ ਮੇਰੇ ਕੋਲੇ ਲੋਕਾਂ ਦੇ, ਵੀ ਕੌਣ ਤੱਕੜੀ ਚੱਕ ਕੇ ਲਿਆਇਆ ਸੀ, ਬੱਟੇ ਕੌਣ ਲੈ ਗਿਆ ਸੀ, ਕਿਹਦੇ, ਕਾਫੀ ਲੋਕਾਂ ਨੇ ਦੱਸੀਆਂ ਹੋਈਆਂ ਗੱਲਾਂ ਨੇ। ਅੱਛਾ, ਉਹਨੇ ਗੱਲਾਂ ਚੱਕ ਲਿਆਂਦਾ ਜੀ, ਕਿਤੇ 15-20 ਸਾਲ ਟੱਪ ਗਏ, ਉਦੋਂ ਬਾਅਦ ਕਿਤੇ ਲੋਕ ਭੁੱਲ ਗਏ। ਜਿਵੇਂ ਤੁਸੀਂ ਦੱਸਦੇ ਹੋ, ਉਹੋ ਜੀ ਕਿਸੇ ਕੁੜੀ ਨੂੰ ਯਾਦ ਸੀ। ਅੱਛਾ, ਸਾਡਾ ਜਿੱਥੇ ਘਰ ਹੈ ਨਾ ਜੀ, ਉਹਦੇ ਨਾਲ ਚੌਂਤਰ ਹੈ ਬਹੁਤ ਵੱਡਾ, ਹੁਣ ਵੀ ਹੈ। ਤੇ ਉੱਥੇ 3 ਥਾਵਾਂ ਤੇ ਨਗਰ ਕੀਰਤਨ ਜਾਂਦਾ ਪਿੰਡ ਦਾ, ਵੀ ਇੱਕ ਥਾਂ ਤੇ ਪਹਿਲਾਂ ਲੱਗਦਾ, ਦੂਜੇ ਨੰਬਰ ਤੇ ਫਿਰ ਉੱਥੇ ਆਉਂਦਾ। ਉੱਥੇ ਉਹ ਨਗਰ ਕੀਰਤਨ ਵੀ ਐ ਕਰ ਰਹੇ ਸੀ, ਕੀਰਤਨ ਕਰ ਰਹੇ ਸੀ, ਬਾਜਾ ਵਜਾ ਰਿਹਾ ਸੀਗਾ ਬੰਦਾ ਵੀ, ਜਿਹਨੇ ਗੱਲਾ ਚੁੱਕਿਆ ਸੀ। ਕੁੜੀ ਦਾ ਨਾਂ ਸੀਗਾ ਮਾੜੋ। ਅੱਛਾ, ਮਾੜੋ ਨੂੰ ਪਤਾ ਸੀ ਵੀ ਇਹਨੇ ਗੱਲਾ ਚੁੱਕਿਆ ਸੀਗਾ, ਉਹਨੇ ਗੱਲ ਯਾਦ ਰੱਖੀ ਹੋਈ ਸੀ। ਉਹ ਕੋਈ ਉਦੋਂ ਵੀ ਏਦਾਂ ਕੀਰਤਨ ਕਰ ਰਿਹਾ ਸੀ ਵੀ ਜਿਹੜੀ ਗੱਲ ਕਰਨੀ ਗੁਰਾਂ ਨੂੰ ਪੁੱਛ ਕੇ ਕਰਨੀ ਜੀ, ਇਸ ਤਰ੍ਹਾਂ ਦੀ ਕੋਈ ਸੀਗਾ ਉਹਦਾ ਭਜਨ ਜਾਂ ਸ਼ਬਦ ਹਨ। ਉਹ 2-3 ਵਾਰੀ ਜਦੋਂ ਐ ਦੁਹਰਾਇਆ, 2-3 ਮਿੰਟ ਹੋ ਗਏ ਉਹਨੂੰ ਪੜ੍ਹਦੇ ਨੂੰ, ਫਿਰ ਉਹ ਆ ਗਈ। ਦੇਖੋ ਉਹਦੀ ਹਿੰਮਤ, ਦੇਖੋ ਕੁੜੀ ਦੀ, ਸਹੀ ਗੱਲ ਹੈ, ਉਹ ਨਹੀਂ ਜਮਾ ਅਨਪੜ੍ਹ ਕੁੜੀ, ਜਮਾ ਅਨਪੜ੍ਹ ਕੁੜੀ, ਉਹਨੂੰ ਕੋਈ ਉਹਦੇ ਹਾਰਮੋਨੀਅਮ ਦੇ ਕੋਈ ਬਟਨਾਂ ਬੁਟਨਾਂ ਦਾ ਹਿਸਾਬ ਕਿਤਾਬ ਜਾਂ ਨਹੀਂ ਸੀਗਾ। ਜਿਵੇਂ ਉਹਨੇ ਦੇਖ ਕੇ ਐ 2-3 ਵਾਰੀ ਦੱਬਿਆ ਤੇ ਬਟਨ ਜੇ ਦੱਬੇ, ਕਹਿੰਦੀ ਮਾੜੇ ਦਾ ਗੱਲਾਂ ਚੱਕਣਾ, ਇਹਨੂੰ ਪੁੱਛ ਕੇ ਚੱਕਣਾ ਜੀ। ਉਹ ਲੋਕਾਂ ਚ ਹਫੜਾ ਦਫੜੀ ਪੈ ਗਈ, ਸਾਰੇ ਹੱਸਣ ਲੱਗ ਗਏ ਹਨਾ ਜੀ, ਤਾੜੀਆਂ ਤੂੜੀਆਂ ਮਾਰਤੀਆਂ ਲੋਕਾਂ ਨੇ। ਕਹਿੰਦੀ ਉਦੋਂ ਤਾਂ ਕਹਿੰਦੀ ਗੱਲਾਂ ਚੁੱਕਦਾ ਸੀ, ਚੋਰ ਸੀ, ਹੁਣ ਕਹਿੰਦੀ ਤੂੰ ਇੱਥੇ ਬੈਠਾ ਬੜਾ ਬਾਬਾ ਬਣਿਆ। ਹੈਲੋ ਜੀ, ਸਾਂਝਾ ਟੀਵੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਕੱਟ ਗਈ ਮੈਨੂੰ। ਖੈਰ, ਹਾਂ,
ਹਰਵਿੰਦਰ ਜੀ, ਆਪਣਾ ਸਮਾਂ ਪ੍ਰੋਗਰਾਮ ਦਾ ਲਗਭਗ ਖਤਮ ਹੋਣ ਨੂੰ ਹੈ, ਪਰ ਜਾਂਦੇ ਜਾਂਦੇ ਮੈਂ ਚਾਹੂੰਗੀ ਵੀ ਇਹ ਹੱਸਣਾ ਨਾ ਜਿਹੜਾ, ਹਾਂਜੀ ਹਾਂਜੀ, ਇਹ ਬਿਮਾਰੀਆਂ ਦੀ ਦਵਾਈ ਹੈ। ਬਿਲਕੁਲ ਬਿਲਕੁਲ, ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਨਾ, ਉਹਨਾਂ ਦੀ ਇਹ ਦਵਾ ਹੈ ਔਰ ਮੁਫਤ ਦੇ ਵਿੱਚ ਹੈ। ਦੇਖੋ ਇਹ ਲੱਭੋ ਭਾਲੋ, ਤੇ ਤੁਸੀਂ ਇੱਥੇ ਆਉਂਦੇ ਰਿਹਾ ਕਰੋ, ਸਾਡੇ ਨਾਲ ਸਮਾਂ ਕੱਢ ਲਿਆ ਕਰੋ ਥੋੜਾ ਬਹੁਤਾ। ਹਾਂਜੀ ਜ਼ਰੂਰ, ਤੇ ਆਪਾਂ ਇਦਾਂ ਦਾ ਪ੍ਰੋਗਰਾਮ ਪੇਸ਼ ਕਰਦੇ ਰਿਹਾ ਕਰਾਂਗੇ। ਦੇਖੋ ਇਹ ਵੀ ਇੱਕ ਲੋਕ ਭਲਾਈ ਦਾ ਕੰਮ ਹੀ ਹੋਣਾ। ਬਿਲਕੁਲ, ਲੋਕਾਂ ਨੂੰ ਕਿਸੇ ਤਰ੍ਹਾਂ ਵੀ ਝੰਜਟ ਚੋਂ ਕੱਢੀਏ। ਹਾਂ, ਆਪਾਂ ਕੱਢੀਏ। ਦੇਖੋ ਇਹ ਸਾਰੇ ਜਾਣਦੇ ਜੀ ਵੀ ਇੱਥੋਂ ਕਿਸੇ ਨੇ ਕੋਈ ਲੈ ਕੇ ਨਹੀਂ ਜਾਣਾ। ਸਹੀ ਹੈ। ਕੋਈ ਚੈੱਕ, ਕੋਈ ਕੈਸ਼ ਨਾਲ ਕੁਝ ਨਹੀਂ ਲੈ ਕੇ ਜਾਣਾ, ਹੈ ਨਾ। ਤੇ ਰੋਟੀ ਤੋਂ ਕੋਈ ਗਿਆ ਨਹੀਂ ਵੀ, ਘਰ ਵੀ ਜਿਹੜਾ ਥੋੜੀ ਜੀ ਮਿਹਨਤ ਕਰਦਾ ਆਪਾਂ ਨੂੰ ਉਹ ਵੀ ਪਤਾ ਵੀ ਘਰ ਵੀ ਉਹਨਾਂ ਦੀ ਪਹੁੰਚ ਤੋਂ ਕੋਈ ਦੂਰ ਨਹੀਂ ਹੈ, ਨਾ। ਰੋਟੀ, ਕੱਪੜਾ, ਮਕਾਨ ਬੜੀ ਆਸਾਨੀ ਨਾਲ ਬੰਦਾ ਇੱਥੇ ਪ੍ਰਾਪਤ ਕਰ ਸਕਦਾ ਹੈ, ਨਾ। ਜੇ ਕਿਸੇ ਨੂੰ ਸਿੱਧੇ ਮੂੰਹ ਬੁਲਾ ਲਓਗੇ ਵੀ ਖੁਸ਼ ਰਹੋਗੇ। ਹਾਂ, ਬਿਲਕੁਲ। ਨਹੀਂ, ਦੁਸ਼ਮਣ ਤਾਂ ਜਿੰਨੇ ਮਰਜ਼ੀ ਬਣਾਈ ਚੱਲੋ, ਕੋਈ ਉਹਦੀ ਦਿੱਕਤ ਹੈ ਨਹੀਂ, ਹਨਾ, ਬਣ ਜਾਂਦੇ ਆ, ਕੋਈ ਵੱਡੀ ਗੱਲ ਨਹੀਂ। ਪਰ ਥੋੜਾ ਜਿਹਾ ਵੀ ਬੰਦਾ ਸੱਚ ਦਾ ਸਾਥ ਦੇਣ ਵਾਲਾ ਹੋਵੇ, ਇਮਾਨਦਾਰੀ ਵਰਤੇ ਥੋੜੀ ਜੀ ਕੰਮਕਾਜ ਦੇ ਵਿੱਚ, ਚਲੋ ਬਾਹਲੀ ਨਹੀਂ ਵਰਤ ਹੁੰਦੀ, ਥੋੜੀ ਜੀ ਵਰਤ ਲੇ, ਪਰ ਵਰਤਣੀ ਜ਼ਰੂਰੀ ਹੈ। ਕਿੰਨੀ ਕੁ ਵਰਤੇ ਬੰਦਾ? ਵਜ੍ਹਾ ਸਿਰ ਦੇ ਹਿਸਾਬ ਨਾਲ ਵਰਤ ਲੈ ਸੀ ਵੀ ਜਿੰਨੀ ਕੁ ਪੁੱਗਦੀ ਆ ਉਹ ਤੋਂ, ਪਰ ਇਹ ਨਹੀਂ ਵੀ ਸਾਰੀ ਬੇਈਮਾਨੀ ਦੇ ਸਿਰ ਦੇ ਉੱਤੇ ਚੱਲੇ, ਹਨਾ, ਵੀ ਉਨੀ ਨਹੀਂ। ਹਾਂ, ਨਹੀਂ, ਬੇਈਮਾਨੀ ਤਾਂ ਦੇਖੋ ਹਜਮ ਨਹੀਂ ਹੁੰਦੀ ਕਿਤੇ ਨਾ ਕਿਤੇ ਜਾ ਕੇ, ਨਾ। ਇੱਕ ਤੁਸੀਂ ਦਿਲ ਦਿਖਾਉਨੇ ਆ ਕਿਸੇ ਦਾ, ਸੋ ਜੇ ਹਲਕੀ ਫੁਲਕੀ ਜ਼ਿੰਦਗੀ ਕੱਢਣੀ ਆ ਨਾ, ਜੇ ਹੱਸਦੇ ਹੱਸਦੇ ਇਸ ਦੁਨੀਆ ਤੋਂ ਰੁਖਸਤ ਹੋਣਾ, ਬਸ ਤੇ ਫਿਰ ਮੇਰਾ ਖਿਆਲ ਹੈ ਇਮਾਨਦਾਰੀ, ਇਨਸਾਨੀਅਤ, ਤੁਹਾਡੇ ਅੰਦਰ ਇਹੋ ਜਿਹੇ 2-4 ਗੁਣ ਹੈਗੇ ਆ, ਤੇ ਸਮਝ ਲਓ ਵੀ ਤੁਸੀਂ ਗੁਰਬਾਣੀ ਨੂੰ ਅਪਣਾ ਲਿਆ ਹੋਇਆ। ਠੀਕ ਹੈ ਨਾ। ਬਸ ਆਹੀ ਗੱਲਾਂ ਬਾਤਾਂ ਨੇ। ਜਾਂਦੇ ਜਾਂਦੇ ਕਵਿਤਾ ਸੱਚ ਸੁਣਾਉਣੀ ਸੀ ਤੁਸੀਂ? ਉਹ ਕਵਿਤਾ ਸੀ ਨੇੜੇ ਤੇੜੇ ਹੈਗੀ ਆ ਤਾਂ? ਹਾਂਜੀ ਹਾਂਜੀ, ਨੇੜੇ ਤੇ ਹੀ ਹੈ ਜੀ ਆਪਣੇ। ਉਹ ਕਵਿਤਾ ਇਦਾਂ ਸੀ ਵੀ ਸੁਰਖਰੂ ਹੋਣ ਦੀ ਗੱਲਬਾਤ ਸੀਗੀ ਜੀ, ਵੀ ਅਸੀਂ ਦੇਖੋ ਪੜ੍ਹ ਲਿਖ ਕੇ ਬਹੁਤ ਝੰਜਟਾਂ ਚ ਪਏ, ਆਪਾਂ ਇੱਥੇ ਗੱਲਬਾਤ ਸ਼ੁਰੂ ਕੀਤੀ ਸੀ। ਪ੍ਰੋਫੈਸਰ ਮੋਹਨ ਸਿੰਘ ਕਹਿੰਦੇ ਇਸ ਅਖੀਰ ਦੇ ਵਿੱਚ ਹੈ, ਉਹ ਕਹਿੰਦੇ ਖਾਨਗਾਹੀ ਦੀਵਾ ਬਾਲ ਦੀਏ, ਕੀ ਲੋਚਦੀਆਂ ਕੀ ਭਾਲਦੀਆਂ, ਕੀ ਰੁੱਸ ਗਿਆ ਤੇਰਾ ਢੋਲ ਕੁੜੇ, ਜਾਂ ਸਖਣੀ ਤੇਰੀ ਝੋਲ ਕੁੜੇ, ਜਾਂ ਸਰਗੀ ਵੇਲੇ ਤੱਕਿਆ ਹੀ ਕੋਈ ਡਾਢਾ ਭੈੜਾ ਸੁਪਨਾ ਨਹੀਂ, ਹੈਨਾ, ਜੋ ਕਰਦੀ ਮਾਰੋ ਮਾਰ ਕੁੜੇ, ਤੂੰ ਪਹੁੰਚੀ ਵਿੱਚ ਉਜਾਰ ਕੁੜੇ। ਵਾਹ ਜੀ ਵਾਹ, ਬਹੁਤ ਵਧੀਆ। ਸਿਰ ਉੱਤੇ ਤੇਰੇ ਉਲਰ ਰਹੀ ਇੱਕ ਬੁੱਝ ਪੁਰਾਣੀ ਥੇਰ ਜਹੀ, ਜਿਸ ਦੇ ਕੰਡਿਆਂ ਵਿੱਚ ਫਸ ਰਹੀਆਂ ਕੁਝ ਲੀਰਾਂ ਵੱਡੇ ਚਾਪ ਜਹੀਆਂ, ਤੇ ਪੈਰਾਂ ਦੇ ਵਿੱਚ ਸ਼ਾਂਤ ਪਿਆ ਇੱਕ ਢੇਰ ਗੀਟਿਆਂ ਪੱਥਰਾਂ ਦਾ, ਤੂੰ ਅਚਲ ਅਡੋਲ ਅਬੋਲ ਖੜੀ, ਹਿੱਕ ਤੇਰੀ ਨਾਲ ਯਕੀਨ ਭਰੀ। ਦੇਖੋ, ਖਾਨਗਾਹ ਦੇ ਉੱਤੇ ਆਣ ਨਾਲ, ਇੱਕ ਦੀਵੇ ਦੇ ਟਿਮਕਾਣ ਨਾਲ, ਸਭ ਸੰਸੇ ਤੇਰੇ ਦੂਰ ਹੋਏ, ਹਿੱਕ ਖੂੰਜੇ ਨੂਰੋਂ ਨੂਰ ਹੋਏ, ਪੜ ਪੜ ਪੁਸਤਕ ਢੇਰ ਕੁੜੇ, ਮੇਰਾ ਵਾਧਾ ਜਾਏ ਹਨੇਰ ਕੁੜੇ। ਕੀ ਬਾਤ। ਕੁਝ ਅਜ਼ਬ ਇਲਮ ਦੀਆਂ ਜਿੱਦਾਂ ਨੇ, ਮੈਨੂੰ ਮਾਰਿਆ ਕਿਉਂ ਕੀ ਕਿੱਦਾਂ ਨੇ, ਜੰਨਤ ਦੋਜ਼ਖ ਵਿੱਚ ਲਟਕ ਰਿਹਾ, ਗੱਲ ਸੁਣ ਜਾ ਭਟਕੇ ਰਾਹੀ ਦੀ, ਇੱਕ ਚਿੰਗ ਮੈਨੂੰ ਵੀ ਚਾਹੀਦੀ। ਬਹੁਤ ਵਧੀਆ। ਛੋਟੀ ਜੀ ਗੱਲ ਹੈ ਵੀ ਇੱਕ ਦੀਵਾ ਬਾਲ ਕੇ ਉਹ ਸੁਰਖਰੂ ਹੋ ਗਈ, ਵੀ ਉਹ ਅਨਪੜ੍ਹ ਹੈ, ਨਹੀਂ ਕਿਸੇ ਪੁਸਤਕ ਨੂੰ ਪੜ੍ਹ ਸਕਦੀ, ਪਰ ਇੱਕ ਰੱਬ ਦੇ ਵਿੱਚ ਉਹਦਾ ਵਿਸ਼ਵਾਸ ਹੈ ਵੀ ਜੋ ਕੁਛ ਉਹ ਕਰੂ ਮੇਰੇ ਲਈ ਵਧੀਆ ਕਰੂ। ਬਸ ਇੱਕ ਆਹ ਵਿਸ਼ਵਾਸ ਬੰਦੇ ਨੂੰ ਚਾਹੀਦਾ ਜੀ। ਬਿਲਕੁਲ ਬਿਲਕੁਲ। ਹਰਵਿੰਦਰ ਜੀ, ਆਪਣੇ ਕੋਲੇ ਕਾਲਰ ਹੋਰ ਵੀ ਸੀਗੇ, ਪਰ ਮੈਂ ਹੁਣ ਅਟੈਂਡ ਨਹੀਂ ਕਰ ਸਕਦੀ, ਸਮਾਂ ਹੋ ਗਿਆ ਜੀ ਆਪਣਾ। ਤੇ ਅੱਜ ਤੁਸੀਂ ਵਕਤ ਕੱਢਿਆ, ਬਹੁਤ ਸੋਹਣਾ ਸਮਾਂ ਬੀਤਿਆ, ਬਹੁਤ ਚੰਗਾ ਲੱਗਿਆ ਜੀ ਗੱਲਬਾਤ ਕਰਕੇ, ਮੈਨੂੰ ਵੀ ਚੰਗਾ ਲੱਗਿਆ ਜੀ। ਤੇ ਆਉਣ ਵਾਲੇ ਦਿਨਾਂ 'ਚ ਆਉਂਦੇ ਰਹੋ ਜੀ, ਬੂਹੇ ਖੁੱਲੇ ਆ ਹਮੇਸ਼ਾ ਤੁਹਾਡੇ ਵਾਸਤੇ। ਦੇਖੋ, ਪ੍ਰੋਗਰਾਮ ਉਸ ਤਰ੍ਹਾਂ ਦਾ ਪੇਸ਼ ਕਰੀਏ ਆਪਾਂ ਜਿਹੜਾ ਲੋਕ ਪਸੰਦ ਕਰਨ, ਜਿੱਥੋਂ ਉਹਨਾਂ ਨੂੰ ਰਾਹਤ ਮਿਲੇ, ਜਿੱਥੋਂ ਉਹਨਾਂ ਨੂੰ ਖੁਸ਼ੀ ਮਿਲੇ। ਠੀਕ ਹੈ ਨਾ। ਬਸ ਜ਼ਿੰਦਗੀ ਦਾ ਅੰਸ਼ ਹੈ ਜਿਹੜਾ, ਧੁਰਾ ਜਿਹੜਾ ਜ਼ਿੰਦਗੀ ਦਾ, ਜੇ ਆਪਣੇ ਉਹ ਹੱਥ ਆ ਗਿਆ ਤੇ ਫਿਰ ਤਾਂ ਸਭ ਕੁਝ ਹੀ ਪੱਲੇ ਆ। ਆਪਾਂ ਕਹਿੰਦੇ ਵੀ ਜੇ ਇੱਕ ਬੱਚੇ ਨੂੰ ਵੀ ਹਸਾ ਕੇ ਤੁਸੀਂ ਇੱਕ ਦਿਨ ਦੇ ਵਿੱਚ, ਵੀ ਉਹ ਵੀ ਵੱਡੀ ਗੱਲ ਹੈ ਜੀ। ਬਿਲਕੁਲ ਬਿਲਕੁਲ। ਸੋ ਆਪਾਂ ਵੇਖਣ ਸੁਣਨ ਵਾਲਿਆਂ ਨੂੰ ਕਹੀਏ ਕਿ ਫੀਡਬੈਕ ਜ਼ਰੂਰ ਦਿਆ ਕਰੋ, ਤੇ ਆਪਣੇ ਤੁਸੀਂ ਕਮੈਂਟਸ ਸਾਨੂੰ ਲਿਖ ਕੇ ਵੀ ਭੇਜ ਸਕਦੇ ਹੋ, ਅਗਰ ਤੁਸੀਂ ਟੈਲੀਫੋਨ ਨਹੀਂ ਵੀ ਕਰਦੇ ਤਾਂ ਵੀ, ਪਰ ਪਤਾ ਜ਼ਰੂਰ ਲੱਗਣਾ ਚਾਹੀਦਾ ਸਾਨੂੰ ਕਿ ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦੇ ਲੱਗਦੇ ਆ। ਸੋ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ ਅਸੀਂ। ਸ਼ਰਮਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦੀਆਂ ਜੀ ਤੁਹਾਡਾ ਵੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸੋ ਇਹ ਸੀ ਜੀ ਅੱਜ ਦਾ ਪ੍ਰੋਗਰਾਮ ਰੂਹ ਦੀਆਂ ਗੱਲਾਂ। ਅਗਲੇ ਹਫਤੇ ਤੱਕ ਸਾਰਾ ਕੁਝ ਠੀਕ ਠਾਕ ਰਿਹਾ ਤੇ ਫੇਰ ਆਵਾਂਗੇ, ਫੇਰ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ। ਉਦੋਂ ਤੱਕ